ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰਬਾਣੀ ਗੁਰੂ ਵਿੱਚ ਜੋ ਉਪਦੇਸ਼ ਆਪਾਂ ਨੂੰ ਦੇ ਰਹੇ, ਜਦ ਤੱਕ ਸਾਨੂੰ ਸਤ ਸੰਗਤ ਨਹੀਂ ਮਿਲਦੀ, ਸਾਡਾ ਮਨ ਸਤ ਸੰਗਤ ਨਹੀਂ ਕਰਦਾ, ਉਹਨਾਂ ਸਮਾਂ ਇਹ ਸ਼ੁੱਧ ਨਹੀਂ ਹੁੰਦਾ, ਇਹ ਧੋਤਾ ਨਹੀਂ ਜਾਂਦਾ। ਮੈਲ ਦੇ ਨਾਲ ਮਨ ਜਿਹੜਾ ਇਹ ਭਰਿਆ ਰਹਿੰਦਾ। ਇਸ ਲਈ ਮਹਾਰਾਜ ਕਹਿੰਦੇ, ਬਿਨ ਸੰਗਤ ਮੈਲ ਭਰੀਏ ਜੀਓ। ਸਤ ਸੰਗਤ ਤੋਂ ਬਿਨਾਂ ਮੈਲ ਭਰੀ ਮਨ ਦੇ ਅੰਦਰ। ਹੁਣ ਸਾਰੀ ਕਹਾਣੀ ਮਨ ਦੀ। ਆਮ ਜੀਵ ਨੂੰ ਮਨ ਦਾ ਨਾ ਭੇਦ ਹੋਣ ਕਰਕੇ, ਨਾ ਮਨ ਦਾ ਗਿਆਨ, ਨਾ ਮਨ ਦੀ ਸੂਝੀ ਹੋਣ ਕਰਕੇ ਉਹ ਸਾਰਾ ਕੁਛ ਇਹ ਸਰੀਰ ਨੂੰ ਹੀ ਮੰਨਦਾ ਹੈ ਤੇ ਸਰੀਰ ਵਾਸਤੇ ਹੀ ਦਿਨ ਰਾਤ ਲੱਗਿਆ ਹੋਇਆ, ਹਰ ਇੱਕ ਚੀਜ਼ ਇਹ ਸਰੀਰ ਵਾਸਤੇ ਹੀ ਕਰਦਾ। ਉਹਨੂੰ ਇਹ ਨਹੀਂ ਭੇਤ ਕਿ ਗੁਰਬਾਣੀ ਸਾਰਾ ਜਿਹੜਾ ਭੇਤ ਉਹ ਸਾਡੇ ਮਨ ਨੂੰ ਦੇ ਰਹੀ, ਸਾਰੀ ਕਹਾਣੀ ਮਨ ਦੀ ਕਰ ਰਹੀ। ਹੁਣ ਇਹ ਮਨ ਦਾ ਭੇਦ, ਮਨ ਦੀ ਕਹਾਣੀ ਸਾਨੂੰ ਉਹਨਾਂ ਸਮਾਂ ਸਮਝ ਨਹੀਂ ਆਉਂਦੀ ਜਿੰਨਾ ਸਮਾਂ ਅਸੀਂ ਸਤ ਸੰਗਤ ਨਹੀਂ ਕਰਦੇ। ਸਤ ਸੰਗਤ ਵੀ ਜਿੱਥੇ ਸੱਚ ਦੇ ਨਾਮ ਦੀ ਮਹਿਮਾ ਹੁੰਦੀ ਹੋਵੇ, ਜਿੱਥੇ ਮਨ ਦੀ ਕਹਾਣੀ ਚੱਲਦੀ ਹੈ, ਜਿੱਥੇ ਅਕਥ ਕਹਾਣੀ ਹੁੰਦੀ, ਸਾਰਾ ਪਰਮਾਤਮਾ ਨੂੰ ਮਿਲਾਪ ਦਾ ਰਸਤਾ ਦੱਸਿਆ ਜਾਂਦਾ, ਜਿੱਥੇ ਕੋਈ ਵੀ ਸੰਸਾਰ ਦੀ ਗੱਲ ਨਹੀਂ, ਜਿੱਥੇ ਕੋਈ ਦੁਬਦਾ ਦੀ ਗੱਲ ਨਹੀਂ, ਕਿਸੇ ਨਾਲ ਕੋਈ ਵੈਰ ਵਿਰੋਧ ਦੀ ਗੱਲ ਨਹੀਂ। ਸਾਰੀ ਇਹ ਕਹਾਣੀ ਪ੍ਰੇਮ ਦੀ ਤੇ ਸਾਡੇ ਮਨ ਦੀ। ਹੁਣ ਇਹ ਫਿਰ ਕਹਾਣੀ ਕਰਦਾ ਕੌਣ ਹੈ? ਕੌਣ ਸਾਨੂੰ ਸਮਝਾਵੇ, ਕੌਣ ਸਾਨੂੰ ਭੇਦ ਦੇਵੇ? ਤੇ ਉਹਦੇ ਵਾਸਤੇ ਫਿਰ ਸਾਨੂੰ ਦੱਸਦੇ
ਵੀ ਜਿਨ੍ਹਾਂ ਦੇ ਅਕਾਲ ਪੁਰਖ ਕਿਰਪਾ ਦ੍ਰਿਸ਼ਟੀ ਕਰਦੇ, ਉਹਨਾਂ ਗੁਰਮੁਖਾਂ ਨੂੰ ਇਹ ਅਗਾਥ ਕਹਾਣੀ ਦਾ ਭੇਦ ਦਿੰਦੇ, ਉਹਨਾਂ ਨੂੰ ਸਮਝਾਉਂਦੇ, ਉਹਨਾਂ ਨੂੰ ਅੰਦਰੋਂ ਅੰਮ੍ਰਿਤ ਰਸ ਪਿਆਉਂਦੇ, ਮਨ ਦਾ ਭੋਜਨ ਦਿੰਦੇ, ਤੇ ਉਹ ਫਿਰ ਸਾਨੂੰ ਅੱਗੇ ਭੇਤ ਦੱਸਦੇ। ਰਮਾਉਂਦੇ ਜਿਸੇ ਜਗਾਵੇ, ਪਿਆਵੇ ਇਹੋ ਰਸ, ਅਕਥ ਕਥਾ ਦਿਨ ਜਾਨੀ। ਜਿਨ੍ਹਾਂ ਗੁਰਮੁਖਾਂ ਨੂੰ ਜਗਾਇਆ, ਜਿਨ੍ਹਾਂ ਦੇ ਮਨਾਂ ਨੂੰ ਜਗਾਇਆ, ਅੰਮ੍ਰਿਤ ਰਸ ਪਿਆਇਆ, ਉਹਨਾਂ ਨੂੰ ਗੁਰਬਾਣੀ 'ਚ ਫਿਰ ਸੰਤ, ਸਾਧੂ, ਭਗਤ, ਗੁਰਮੁਖ, ਬ੍ਰਹਮ ਗਿਆਨੀ, ਗੁਰਸਿੱਖ, ਇਹਨਾਂ ਨਾਮਾਂ ਦੇ ਨਾਲ ਉਹਨਾਂ ਨੂੰ ਨਵਾਜਿਆ ਗਿਆ, ਉਹਨਾਂ ਨੂੰ ਸੰਬੋਧਨ ਕੀਤਾ ਗਿਆ। ਹੁਣ ਉਹ ਗੁਰਮੁਖ ਜਿਹੜੇ ਜਾਗੇ, ਤੇ ਉਹ ਫਿਰ ਜਦੋਂ ਇਹ ਅਕਥ ਕਹਾਣੀ ਕਰਦੇ, ਇਹਨੂੰ ਪ੍ਰੇਮ ਦੀ ਕਹਾਣੀ ਕਹਿੰਦੇ, ਫਿਰ ਉਸ ਨੂੰ ਸਤ ਸੰਗਤ ਦਾ ਨਾਮ ਦਿੱਤਾ। ਬਾਰੇ ਕਹਿੰਦੇ ਅਕਥ ਕਹਾਣੀ ਪ੍ਰੇਮ ਕੀ, ਕੋਬਰੀ ਤਾਂ ਮਾਖੀ ਆਈ। ਹੁਣ ਜਿਹੜੇ ਗੁਰਮੁਖ ਪਰਮਾਤਮਾ ਦੇ ਸਨਮੁਖ ਹੋ ਗਏ, ਜਿਨ੍ਹਾਂ ਦਾ ਮਿਲਾਪ ਹੋ ਗਿਆ, ਜਿਹੜੇ ਆਪਦੇ ਘਰ ਚਲੇ ਗਏ, ਉਹ ਜਦੋਂ ਮਾਲਕ ਦੇ ਸਨਮੁਖ ਹੋ ਗਏ, ਮਾਲਕ ਦੀ ਉਸਤਤ ਵਡਿਆਈ ਕਰਦੇ, ਉਸ ਨੂੰ ਕਲਯੁਗ ਦੇ ਵਿੱਚ ਪ੍ਰਧਾਨਗੀ ਦਿੱਤੀ। ਚਾਹੇ ਉਹ ਗੁਰਮੁਖ ਗਾ ਕੇ ਕਰਨ, ਚਾਹੇ ਉਹ ਗੁਰਮੁਖ ਕਥਾ ਦੇ ਰੂਪ ਦੇ ਵਿੱਚ ਕਰਨ, ਪਰ ਪ੍ਰਧਾਨਗੀ ਉਸ ਨੂੰ ਜਿਹੜੇ ਪਰਮਾਤਮਾ ਦੇ ਸਨਮੁਖ, ਜਿਹੜੇ ਉਹਦੇ ਸਨਮੁਖ ਹੋ ਕੇ ਮਾਲਕ ਦੀ ਉਹਦੀ ਵਡਿਆਈ ਕਰਦੇ। ਸਨਮੁਖ ਦਾ ਭਾਵ ਹੁੰਦਾ ਵੀ ਮਾਲਕ ਨੂੰ ਦੇਖ ਕੇ, ਵੀ ਇੱਕ ਤਾਂ ਜੀਵ ਉੱਦਾਂ ਵਾਹਵਾ ਕੀਤੀ ਜਾਂਦੇ ਸੁਣ ਸੁਣ ਕੇ, ਦੇਖਿਆ ਨਹੀਂ, ਵੀ ਉੱਦਾਂ ਸੁਣਿਆ ਹੀ ਆ ਵੀ ਪਰਮਾਤਮਾ ਹੈਗਾ ਜੀ, ਪਰ ਇਹ ਨਹੀਂ ਪਤਾ ਵੀ ਕਿੱਥੇ, ਕਿਹੋ ਜਿਹਾ ਹੈ, ਦੇਖਿਆ ਨਹੀਂ। ਉਹਦੇ ਵਿੱਚ ਅੰਤਰ ਹੈ। ਇੱਕ ਹੁੰਦਾ ਸੁਣ ਸੁਣਾ ਕੇ ਵੀ ਉਹਦੀ ਵਾਹਵਾ ਕਰਨੀ, ਇੱਕ ਹੁੰਦਾ ਹੈ ਵੀ ਉਹਦੇ ਸਨਮੁਖ ਹੋ ਕੇ ਮਾਲਕ ਨੂੰ ਦੇਖ ਕੇ ਉਹਦੀ ਵਾਹਵਾ ਕਰਨੀ, ਉਹਦੀ ਵਡਿਆਈ ਕਰਨੀ। ਹੁਣ ਕਲਯੁਗ ਦੇ ਸਮੇਂ ਵਿੱਚ ਪ੍ਰਧਾਨਗੀ ਉਸ ਨੂੰ ਪ੍ਰਵਾਨ ਉਹ ਨੇ ਜਿਹੜੇ ਮਾਲਕ ਦੇ ਸਨਮੁਖ ਹੋ ਕੇ ਮਾਲਕ ਨੂੰ ਦੇਖ ਕੇ ਉਹਦੇ ਗੁਣ ਗਾਉਂਦੇ, ਉਹਦੀ ਉਸਤਤ ਵਡਿਆਈ ਕਰਦੇ। ਜਿਸ ਵਰਤਾਏ ਮਾਰੇ ਫਰਮਾਉਂਦੇ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨ। ਵੀ ਕਲਯੁਗ ਦੇ ਵਿੱਚ ਪ੍ਰਧਾਨਗੀ ਕਿਸ ਨੂੰ, ਜਿਹੜੇ ਗੁਰਮੁਖ ਮਾਲਕ ਨੂੰ ਦੇਖ ਕੇ ਉਹਦੇ ਗੁਣ ਗਾਉਂਦੇ, ਚਾਹੇ ਉਹ ਗਾਉਣ, ਚਾਹੇ ਉਹ ਕਥਾ ਕਰਨ, ਪ੍ਰਧਾਨਗੀ ਉਹਨਾਂ ਨੂੰ, ਤੇ ਉਹਨੂੰ ਸਤ ਸੰਗਤ ਦਾ ਨਾਮ ਦਿੱਤਾ। ਬਈ ਜਿਸੇ ਐਸੇ ਗੁਰਮੁਖ ਜਿਨ੍ਹਾਂ ਨੇ ਮਾਲਕ ਦੇ ਜਿਹੜੇ ਸਨਮੁਖ ਹੋ ਗਏ, ਦੇਖ ਦੇਖ ਕੇ ਉਹਦੇ ਗੁਣ ਗਾਉਂਦੇ, ਉਹਦੀ ਕੀਰਤੀ ਕਰਦੇ, ਉਸ ਨੂੰ ਗੁਰਬਾਣੀ 'ਚ ਸਤ ਸੰਗਤ ਦਾ ਨਾਮ ਦਿੱਤਾ। ਵੀ ਉਹਨਾਂ ਦੀ ਸੰਗਤ ਕਰੋ ਗੁਰਮੁਖਾਂ ਦੀ। ਉਹ ਜਦੋਂ ਗੁਰਮੁਖ ਮਾਲਕ ਦੀ ਵਡਿਆਈ ਕਰਦੇ, ਮਾਲਕ ਦੇ ਸਨਮੁਖ ਹੋ ਕੇ, ਤੇ ਉਹ ਸਾਡੇ ਸੁੱਤੇ ਹੋਏ ਮਨਾਂ ਨੂੰ ਵੀ ਉਹ ਜਾਗਤ ਅਵਸਥਾ 'ਚ ਲੈ ਆਉਂਦੇ, ਉਹ ਵਿਚਾਰਾਂ ਤੋਂ, ਫਰਨਿਆਂ ਤੋਂ ਰਹਿਤ ਕਰ ਦਿੰਦੇ। ਸਾਡਾ ਜਿਹੜਾ ਮਨ ਜਨਮ ਜਮਾਂਤਰਾਂ ਦਾ ਸੁੱਤਾ ਹੈ ਭਰਮ ਦੇ ਵਿੱਚ,
ਉਹ ਸੁੱਤੇ ਹੋਏ ਮਨਾਂ ਨੂੰ ਜਗਾ ਦਿੰਦੇ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਬਈ ਉਹ ਸੰਗਤ ਜਿੱਥੇ ਫਿਰ ਐਸੇ ਗੁਰਮੁਖਾਂ ਦੀ ਸੰਤਾਂ ਦੀ ਸਭਾ ਹੁੰਦੀ, ਸਭਾ ਕਹਿੰਦੇ ਸੰਗਤ ਨੂੰ। ਸਤਿਗੁਰੂ ਕਹਿੰਦੇ ਫਿਰ ਉਹ ਥਾਂ ਪਵਿੱਤਰ ਹੋ ਜਾਂਦੀ ਜਿੱਥੇ ਉਹ ਸੰਤ ਜਨ ਮਾਲਕ ਦੀ ਉਸਤਤ ਕਰਦੇ, ਵਡਿਆਈ ਕਰਦੇ। ਰਮਾਉਂਦੇ ਸੋ ਥਾਨ ਸੁਹਾਵਾ ਪਵਿੱਤ ਹੈ, ਜਿਥੇ ਸੰਤ ਸਭਾ ਹੋਈ ਤਿਸ ਹੀ ਨੂੰ ਮਿਲੇ, ਜਨ ਪੂਰਾ ਗੁਰੂ ਲੱਭਾ। ਬਈ ਉਹਨਾਂ ਨੂੰ ਦਰਗਾਹ 'ਚ ਢੋਈਏ ਜਿਨ੍ਹਾਂ ਨੂੰ ਫਿਰ ਪੂਰਾ ਗੁਰੂ ਦਾ ਮਿਲਾਪ ਹੋ ਗਿਆ, ਪੂਰੇ ਗੁਰੂ ਦੀ ਸ਼ਰਨ 'ਚ ਆ ਗਈ। ਸੋ ਇਸ ਵਾਸਤੇ ਫਿਰ ਜਦ ਤੱਕ ਸਾਨੂੰ ਸਤ ਸੰਗਤ ਮਿਲਦੀ ਨਹੀਂ, ਉਹਨਾਂ ਸਮਾਂ ਸਾਡਾ ਮਨ ਹੈ ਜਿਹੜਾ ਮੈਲਾ ਰਹਿੰਦਾ। ਹੁਣ ਇੱਕ ਤਾਂ ਹੈ ਜਿੱਥੇ ਸੰਤਾਂ ਦੀ ਸਭਾ ਹੁੰਦੀ, ਸਤ ਸੰਗਤ ਹੁੰਦੀ, ਜਿਹੜੇ ਗੁਰਮੁਖ ਮਾਲਕ ਦੇ ਸਨਮੁਖ ਉਹ ਮਾਲਕ ਦੀ ਕੀਰਤੀ ਕਰਦੇ, ਉਹਦੇ ਗੁਣ ਗਾਉਂਦੇ, ਸੱਚ ਦੇ ਨਾਮ ਦੀ ਮਹਿਮਾ ਕਰਦੇ। ਐਸੀ ਸੰਗਤ ਫਿਰ ਜਿੱਥੇ ਸੱਚ ਦੇ ਨਾਮ ਦੀ ਮਹਿਮਾ ਹੁੰਦੀ ਹੋਵੇ, ਜਿੱਥੇ ਸਿਮਰਨ ਅਭਿਆਸ ਹੁੰਦਾ ਹੋਵੇ, ਜਿਵੇਂ ਆਪਾਂ ਸਾਰੇ ਕਰਦੇ ਮਿਲ ਕੇ। ਸਤਿਗੁਰੂ ਕਹਿੰਦੇ ਐਸੀ ਸੰਗਤ ਦੇ ਵਿੱਚ ਚੁੱਪ ਕਰਕੇ ਆ ਕੇ ਬੈਠ ਜਾਓ। ਫਰਮਾਉਂਦੇ ਤਿਤ ਜਾਏ ਬਹੁ ਸਤ ਸੰਗਤੀ, ਜਿਥੇ ਹਰ ਕਾ ਹਰ ਨਾਮ ਬਲੋਈਏ। ਵੀ ਐਸੀ ਸਤ ਸੰਗਤ ਦੇ ਵਿੱਚ ਜਾ ਕੇ ਬੈਠੋ, ਐਸੀ ਸਤ ਸੰਗਤ ਕਰੋ। ਜਿਹੜੇ ਐਸੀ ਸਤ ਸੰਗਤ ਨਹੀਂ ਕਰਦੇ, ਨਹੀਂ ਆਉਂਦੇ, ਉਹਨਾਂ ਨੂੰ ਕਹਿੰਦੇ ਬਈ ਇਹ ਭਾਗਾਂ ਤੋਂ ਹੀਣੇ ਨੇ, ਇਹਨਾਂ ਭਾਗੇ ਨੇ। ਇਹਨਾਂ ਦਾ ਜਿਹੜਾ ਜੀਵਨ ਉਹਦੇ 'ਤੇ ਫਟਕਾਰ ਪਾਉਂਦੇ, ਲਾਹਨਤ ਪਾਉਂਦੇ। ਰਮਾਉਂਦੇ ਜੋ ਸਤਿਗੁਰ ਸਰਨ ਸੰਗਤ ਨਹੀਂ ਆਵੇ, ਧ੍ਰਿਗ ਜੀਵੇ ਧ੍ਰਿਗ ਜੀਵਾਸ। ਹੁਣ ਜਿਹਨਾਂ ਨੂੰ ਤਾਂ ਇਹ ਸਤ ਸੰਗਤ ਪ੍ਰਾਪਤ ਹੋ ਗਈ, ਉਹਨਾਂ ਨੂੰ ਵੱਡੇ ਭਾਗਾਂ ਵਾਲੀ ਬੜੇ ਭਾਗੀ ਸਤ ਸੰਗਤ ਪਾਵੇ। ਵੱਡੇ ਭਾਗਾਂ ਦੇ ਨਾਲ ਸਾਨੂੰ ਇਹ ਸਤ ਸੰਗਤ ਮਿਲਦੀ। ਤੇ ਇੱਕ ਸੰਗਤ ਐਸੀ ਹੈ ਜਿਸੇ ਐਸੇ ਜੀਵ ਹੁੰਦੇ ਵੀ ਜਿਨ੍ਹਾਂ ਨੇ ਨਾ ਤਾਂ ਪਰਮਾਤਮਾ ਨੂੰ ਦੇਖੀਏ, ਨਾ ਉਹਨਾਂ ਨੇ ਨਾਮ ਨੂੰ ਸੁਣੇ, ਉਹਨਾਂ ਨੂੰ ਨਾਮ ਦਾ ਵੀ ਨਹੀਂ ਭੇਤ, ਨਾ ਉਹਨਾਂ ਨੂੰ ਆਪਦੇ ਘਰ ਦਾ ਪਤਾ, ਨਿਜ ਮਹਿਲ ਦਾ, 10ਵੇਂ ਦਵਾਰ ਦਾ। ਹੁਣ ਉੱਥੇ ਜਦੋਂ ਜੀਵ ਜਾਂਦੇ, ਉਹਨਾਂ ਦਾ ਉੱਥੇ ਜਾ ਕੇ ਮਨ ਨਹੀਂ ਟਿਕਦਾ, ਕਿਉਂਕਿ ਉੱਥੇ ਜਿਹੜੀ ਵਡਿਆਈ ਵੀ ਕਰਦੇ ਨੇ, ਉਹ ਵਡਿਆਈ ਵੀ ਜਿਹੜੀ ਹੁੰਦੀ ਉਹ ਮਾਲਕ ਨੂੰ ਦੇਖਿਆ ਤਾਂ ਹੈ ਨਹੀਂ, ਉਹਨੂੰ ਪਤਾ ਨਹੀਂ ਵੀ ਉਹ ਪਰਮਾਤਮਾ ਹੈ ਕਿੱਥੇ। ਇਸ ਲਈ ਉਹਨਾਂ ਦੀ ਅਵਸਥਾ ਜਿਹੜੀ ਉਹ ਫਿਰ ਕੰਨੇ ਵਾਲੀ, ਵੀ ਜਿਵੇਂ ਇਹ ਕੰਨਾ ਜੀਵ ਹੈ ਵੀ ਜਿਹਨੂੰ ਦਿਖਾਈ ਤਾਂ ਦਿੰਦਾ ਨਹੀਂ। ਮਾਰੇ ਫਰਮਾਉਂਦੇ ਅੰਤਰ ਗਿਆਨ ਨਾ ਆਇਓ, ਜਾ ਕਿਸ ਸੋਝੀ ਪਾਏ, ਬਿਨ ਡਿੱਠਾ ਕਿਆ ਸਲਾਹੀਏ, ਅੰਧਾ ਅੰਧ ਕਮਾਈ। ਬਈ ਕੁਝ ਜੀਵ ਐਸੇ ਵੀ ਜਿਹਨਾਂ ਨੂੰ ਅੰਦਰ ਦਾ ਤਾਂ ਗਿਆਨ ਨਹੀਂ, ਅੰਦਰ ਦੀ ਤਾਂ ਸੋਝੀ ਨਹੀਂ। ਤੇ ਗੁਣ ਕਹਿੰਦੇ ਅਸੀਂ ਪਰਮਾਤਮਾ ਦੇ ਗਾਉਂਦੇ ਹਾਂ ਤੇ ਪਰਮਾਤਮਾ ਨੂੰ ਦੇਖਿਆ ਨਹੀਂ। ਤੇ ਉਹਦੀ ਅਵਸਥਾ ਦੱਸਦੇ, ਕਹਿੰਦੇ ਵੀ ਫਿਰ ਤੁਸੀਂ ਕਿਹਦੀ ਸਿਫਤ ਸਲਾਹ ਕਰਦੇ ਹੋ, ਕਿਹਦੇ ਗੁਣ ਗਾਉਂਦੇ ਹੋ, ਬਿਨ ਡਿੱਠਾ ਕਿਆ ਸਲਾਹੀਏ। ਬਈ ਦੇਖਿਆ ਤਾਂ ਹੈ ਨਹੀਂ ਤੁਸੀਂ, ਡਿੱਠਾ ਤਾਂ ਹੈ ਨਹੀਂ ਮਾਲਕ ਨੂੰ, ਵੀ ਫਿਰ ਤੁਸੀਂ ਕਿਹਦੀ ਸਿਫਤ ਸਲਾਹ ਕਰਦੇ ਹੋ, ਕਿਹਦੇ ਗੁਣ ਗਾਉਂਦੇ ਹੋ ਜਿਹਨੂੰ ਤੁਸੀਂ ਦੇਖਿਆ ਹੀ ਨਹੀਂ ਕਦੇ।
ਤੇ ਉਹਨੂੰ ਕਹਿੰਦੇ ਅੰਧਾ ਅੰਧ ਕਮਾਈ, ਵੀ ਅੰਨਾ ਹੈ ਤੇ ਅੰਧ ਹੀ ਕਮਾਉਂਦਾ ਹੈ। ਹੁਣ ਇੱਕ ਜੀਵ ਅੰਨਾ ਹੈ, ਅੰਨੇ ਨੂੰ ਤੁਸੀਂ ਰਾਹ ਪੁੱਛੋ ਤੇ ਉਹ ਅੰਨਾ ਕੀ ਰਾਹ ਦੱਸੇ, ਉਹਨੂੰ ਤਾਂ ਆਪ ਨਹੀਂ ਪਤਾ। ਰਾਹ ਤਾਂ ਸਾਨੂੰ ਉਹੀਓ ਦੱਸ ਸਕਦਾ ਜਿਹੜਾ ਸਯੱਖ ਹੈ, ਜਿਹਨੂੰ ਪਤਾ ਹੈ, ਜਿਹੜਾ ਆਪ ਗਿਆ ਹੈ। ਤੇ ਜਿਹੜਾ ਆਪ ਹੀ ਅੰਨਾ ਹੈ ਉਹਨੂੰ ਰਾਹ ਪੁੱਛਾਂਗੇ, ਉਹਨੂੰ ਆਪ ਨੂੰ ਹੀ ਨਹੀਂ ਪਤਾ, ਉਹ ਤਾਂ ਆਪ ਹੀ ਭਟਕਿਆ ਹੋਏ। ਇਸ ਵਾਸਤੇ ਫਿਰ ਉੱਥੇ ਕੀ ਹੁੰਦਾ ਹੈ, ਉੱਥੇ ਹੁੰਦੀਆਂ ਸੰਸਾਰ ਦੀਆਂ ਗੱਲਾਂ, ਉੱਥੇ ਹੁੰਦੀ ਉਸਤਤ ਮਾਇਆ ਦੀ। ਮਾਇਆ ਕਹਿੰਦੇ ਇਹ ਆਕਾਰਾਂ ਨੂੰ, ਸਰੀਰਾਂ ਨੂੰ ਮਾਇਆ ਕਹਿ ਦਿੱਤਾ। ਜਾਂ ਤਾਂ ਪਰਮਾਤਮਾ ਨੂੰ ਦੇਖ ਕੇ ਉਹਦੀ ਉਸਤਤ ਕਰੋ, ਜੇ ਉਹਨੂੰ ਦੇਖਿਆ ਨਹੀਂ ਤੇ ਫਿਰ ਉਸਤਤ ਮਾਇਆ ਦੀ ਹੁੰਦੀ। ਤੇ ਜਾਂ ਫਿਰ ਉੱਥੇ ਜਾ ਕੇ ਵੀ ਜੀਵ ਨਾ ਗਿਆਨ, ਨਾ ਅੰਦਰ ਦਾ ਭੇਦ ਹੋਣ ਕਰਕੇ ਸੰਸਾਰ ਦੀਆਂ ਗੱਲਾਂ ਦੁਨਿਆਵੀ ਉਹ ਕੀਤੀ ਜਾਂਦੀ। ਤੇ ਉਹਦੇ ਅਗਿਆਨਤਾ ਦੇ ਵਿੱਚ ਜਾ ਕੇ ਅਸੀਂ ਉੱਥੋਂ ਹੋਰ ਮੈਲ ਲਾ ਕੇ ਆ ਜਾਂਦੇ ਆਪਦੇ ਉੱਥੇ। ਇਸ ਲਈ ਫਿਰ ਸਾਨੂੰ ਸਤਿਗੁਰੂ ਦੱਸਦੇ ਵੀ ਇੱਕ ਹੁੰਦਾ ਹੈ ਸਤਿਸਰ ਸਰੋਵਰ, ਇੱਕ ਹੁੰਦਾ ਹੈ ਛੱਪੜ। ਹੁਣ ਹੈ ਤਾਂ ਦੋਵਾਂ 'ਚ ਹੀ ਪਾਣੀ, ਛੱਪੜ 'ਚ ਵੀ ਹੈ ਤੇ ਸਰੋਵਰ ਦੇ ਵਿੱਚ ਵੀ, ਪਰ ਦੋਵਾਂ 'ਚ ਅੰਤਰ ਹੈ। ਛੱਪੜ 'ਚ ਵੜਾਂਗੇ ਤੇ ਸਾਡੇ ਤੇ ਚਿੱਕੜ ਪਏਗਾ, ਸਰੋਵਰ 'ਚ ਜਾਵਾਂਗੇ ਤੇ ਸਾਡੀ ਮੈਲ ਲੱਥੇਗੀ। ਇਸ ਵਾਸਤੇ ਫਿਰ ਮਹਾਰਾਜ ਦੱਸਦੇ ਸਾਨੂੰ ਵੀ ਜੀਵ ਜਾਂਦੇ ਤੀਰਥਾਂ ਦੇ ਉੱਤੇ ਇਸ਼ਨਾਨ ਕਰਨ ਵਾਸਤੇ, ਸੰਗਤ ਕਰਨ ਵਾਸਤੇ, ਪਰ ਜੇ ਅੱਗੇ ਸਰੋਵਰ ਹੋਵੇ ਤੇ ਫਿਰ ਹੀ ਸਾਡੀ ਮੈਲ ਲੈਂਦੀ, ਨਹੀਂ ਤਾਂ ਅਗਿਆਨਤਾ 'ਚ ਸਾਡੇ ਉੱਤੇ ਮੈਲ ਹੋਰ ਲੱਗ ਜਾਂਦੀ। ਇਸ ਲਈ ਫਰਮਾਉਂਦੇ ਜੇ ਅੱਗੇ ਤੀਰਥ ਹੋਏ ਤਾਂ ਮਲ ਲਹੇ, ਛਪੜ ਨਾਤੇ ਸਗਵੀ ਮਲ ਲਾਏ। ਤੀਰਥ ਪੂਰਾ ਸਤਿਗੁਰੂ ਜੋ ਆਮਦਨ ਹਰ ਹਰ ਨਾਮ ਤੇ ਹੈ। ਹੁਣ ਮਹਾਰਾਜ ਕਹਿੰਦੇ ਵੀ ਤੁਸੀਂ ਗਏ ਸੰਗਤ ਕਰਨ, ਤੇ ਸੰਗਤ ਦੇ ਵਿੱਚ ਜਦੋਂ ਅਸੀਂ ਗਏ ਅੱਗੇ ਦੇਖਣਾ ਵੀ ਉਹ ਤੀਰਥ ਹੈ। ਜੇ ਤਾਂ ਤੀਰਥ ਹੈ ਸਾਡੇ ਮਨ ਦੀ ਮੈਲ ਲਏਗੀ, ਤੇ ਜੇ ਛੱਪੜ ਹੋਇਆ ਤੇ ਉੱਥੋਂ ਅਸੀਂ ਮੈਲ ਹੋਰ ਚੜਾ ਕੇ ਆ ਜਾਣੀ ਆਪਦੇ 'ਚ। ਮਹਾਰਾਜ ਕਹਿੰਦੇ ਛੱਪੜ 'ਚ ਨਹਾਤੇ ਸਗਵੀ ਮਲ ਲਾਏ, ਵੀ ਹੋਰ ਜ਼ਿਆਦਾ ਦੁੱਗਣੀ ਮੈਲ ਲੱਗ ਜਾਣੀ ਉੱਥੇ। ਇਸ ਵਾਸਤੇ ਸਾਨੂੰ ਕਹਿੰਦੇ ਫਿਰ ਅੱਗੇ ਤੀਰਥ ਕੌਣ ਹੈ, ਕਿਵੇਂ ਸਾਨੂੰ ਪਤਾ ਲੱਗੇ ਵੀ ਤੀਰਥ ਹੈ ਕਿ ਛੱਪੜ ਹੈ। ਸਤਿਗੁਰੂ ਕਹਿੰਦੇ ਤੀਰਥ ਉਹ ਹੈ ਜਿਹੜੇ ਆਉਂਦੇ ਨੇ ਫਿਰ ਮਾਲਕ ਨੂੰ ਧਿਆਉਂਦੇ, ਜਿਹੜੇ ਸਿਮਰਨ ਕਰਦੇ, ਜਿਹੜੇ ਮਾਲਕ ਦੀ ਭਗਤੀ ਕਰਦੇ, ਉਹ ਗੁਰਮੁਖ ਉਹਨਾਂ ਨੂੰ ਫਿਰ ਆਖਿਆ ਵੀ ਜਿੱਥੇ ਉਹ ਗੁਰਮੁਖ ਬੈਠਦੇ ਮਾਲਕ ਦੀ ਉਸਤਤ ਕਰਦੇ, ਉੱਥੇ ਤੀਰਥ ਬਣ ਜਾਂਦਾ। ਇਸ ਲਈ ਮਹਾਰਾਜ ਕਹਿੰਦੇ 68 ਤੀਰਥ ਜੇ ਸਾਧ ਪੱਗ ਧਰੇ, ਵੀ ਜਿੱਥੇ ਸਾਧੂ ਜਨ ਬੈਠਦੇ ਉੱਥੇ 68 ਤੀਰਥ ਬਣ ਜਾਂਦੇ, 68 ਤੀਰਥ ਉਹਨਾਂ ਦੇ ਨਾਲ ਚੱਲਦੇ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ, ਕਹਿੰਦੇ ਵੀ ਜਦੋਂ ਸਾਡੇ ਹਿਰਦੇ ਵਿੱਚ ਮਾਲਕ ਵਾਹਿਗੁਰੂ ਸੱਚ ਵਸ ਜਾਂਦਾ ਹੈ ਤੇ ਉਹਨਾਂ ਗੁਰਮੁਖਾਂ ਦੇ ਨਾਲ ਇਹ 68 ਤੀਰਥ ਚੱਲਦੇ, ਤੇ ਜਿੱਥੇ ਉਹ ਚਰਨ ਰੱਖਦੇ ਉੱਥੇ ਹੀ ਤੀਰਥ ਬਣ ਜਾਂਦੇ। ਮਹਾਰਾਜ ਕਹਿੰਦੇ 68 ਤੀਰਥ ਤਿਸ ਸੰਗ ਰਹੇ ਜੋ ਹਰ ਹਿਰਦੇ ਸਦਾ ਵਸਾਈ, ਵੀ ਜਿਨ੍ਹਾਂ ਨੇ ਆਪਦੇ ਹਿਰਦੇ 'ਚ ਮਾਲਕ ਨੂੰ ਵਸਾ ਲਿਆ, 68 ਤੀਰਥ ਗੁਰਮੁਖਾਂ ਦੇ ਉਹਨਾਂ ਦੇ ਨਾਲ ਚੱਲਦੇ। ਸੋ ਇਸ ਵਾਸਤੇ ਫਿਰ ਜੇ ਤਾਂ ਉਹ ਅੱਗੇ ਗੁਰਮੁਖ ਤੇ ਉਹ ਤੀਰਥ ਹੈ ਤੇ ਸਾਡੀ ਮੈਲ ਲੈ ਜਾਏਗੀ।
ਜੇ ਅੱਗੇ ਹੀ ਮਨਮੁਖ ਹੈ, ਅੱਗੇ ਹੀ ਦੌੜਦਾ ਵਾਸਤੇ ਜੀਵ ਵੈਰ ਵਿਰੋਧ 'ਚ ਪਿਆ ਹੋਇਆ, ਈਰਖਾ ਨਫ਼ਰਤ 'ਚ ਪਿਆ ਹੋਇਆ, ਹਉਮੈ ਹੰਕਾਰ ਦੇ ਵਿੱਚ, ਤੇ ਉਹਨੇ ਸਾਡੇ ਤੇ ਹੋਰ ਮੈਲ ਚੜਾ ਦੇਣੀ। ਕਿਉਂਕਿ ਉਹਨੇ ਗੱਲ ਕਰਨੀ ਵੈਰ ਵਿਰੋਧ ਦੀ, ਈਰਖਾ ਦੀ, ਨਫ਼ਰਤ ਦੀ, ਹਉਮੈ ਦੀ, ਹੰਕਾਰ ਦੀ, ਤੇ ਉਹਦੇ ਨਾਲ ਸਾਡੇ ਮਨ ਤੇ ਹੋਰ ਮੈਲ ਲੱਗ ਜਾਣ। ਇਸ ਵਾਸਤੇ ਫਿਰ ਸਾਨੂੰ ਸਮਝਾਉਂਦੇ ਬਈ ਇੱਕ ਸੰਗਤ ਐਸੀ ਵੀ ਜਿੱਥੇ ਵੀ ਐਸੇ ਜੀਵ ਜਿਹੜੇ ਵੈਰ ਵਿਰੋਧ ਦੀ ਗੱਲ ਕਰਦੇ, ਇੱਕ ਗੁਰਮੁਖ ਸੰਤ ਜਨ ਵੀ ਜਿੱਥੇ ਸੱਚ ਤੇ ਨਾਮ ਦੀ ਮਹਿਮਾ ਕਰਦੇ, ਮਾਲਕ ਦੇ ਸਨਮੁਖ ਹੋ ਕੇ ਉਹਦੇ ਗੁਣ ਗਾਉਂਦੇ। ਹੁਣ ਜੇ ਤਾਂ ਅਸੀਂ ਸਤ ਸੰਗਤ 'ਚ ਜਾਵਾਂਗੇ ਜਿੱਥੇ ਐਸੇ ਗੁਰਮੁਖ, ਉਹਨਾਂ ਨੇ ਸਾਡੀ ਮਨ ਦੀ ਮੈਲ ਲਾ ਦੇਣੀ, ਤੇ ਜਿੱਥੇ ਐਸੇ ਜੀਵ ਨੇ ਜਿਨ੍ਹਾਂ ਨੇ ਮਾਲਕ ਨੂੰ ਦੇਖਿਆ ਨਹੀਂ, ਜਿਹੜੇ ਆਪ ਵੈਰ ਵਿਰੋਧ 'ਚ ਪਏ ਨੇ, ਉਹਨਾਂ ਨੇ ਸਾਡੇ ਮਨ ਤੇ ਹੋਰ ਮੈਲ ਚੜਾ ਦਿੱਤੀ। ਇਸ ਕਰਕੇ ਫਿਰ ਸਾਨੂੰ ਇਹ ਨਾਲ ਨਾਲ ਸਤਿਗੁਰੂ ਗਿਆਨ ਦਿੰਦੇ, ਸੋਝੀ ਦਿੰਦੇ ਵੀ, ਤਾਂ ਕਿ ਸਾਨੂੰ ਪਤਾ ਲੱਗ ਜੇ ਵੀ ਅਸੀਂ ਕਿਹੜੀ ਸੰਗਤ ਕਰਨੀ ਹੈ, ਕਿਹੜੀ ਅਸੀਂ ਨਹੀਂ ਕਰਨੀ। ਕਿੱਥੇ ਜਾ ਕੇ ਸਾਡੇ ਮਨ ਦੀ ਮੈਲ ਲੈਣੀ, ਤੇ ਕਿੱਥੇ ਜਾ ਕੇ ਸਾਡਾ ਮਨ ਹੋਰ ਮੈਲਾ ਹੋ ਜਾਂਦਾ, ਉਹ ਸਾਨੂੰ ਗਿਆਨ ਹੋਣਾ ਜ਼ਰੂਰੀ ਹੈ। ਜੇ ਸਾਨੂੰ ਗਿਆਨ ਹੋਏਗਾ ਤੇ ਅਸੀਂ ਗਿਆਨ ਦੁਆਰਾ ਮਨ ਨੂੰ ਰੋਕ ਸਕਦੇ। ਜੇ ਸਾਨੂੰ ਗਿਆਨ ਨਹੀਂ ਤੇ ਸਾਡਾ ਮਨ ਰੁਕੇਗਾ ਨਹੀਂ, ਤੇ ਉਹ ਸਾਡੇ ਮਨ ਤੇ ਹੋਰ ਕਲਖ ਲੱਗ ਜਾਏਗੀ, ਹੋਰ ਮੈਲ ਲੱਗ ਜਾਏਗੀ। ਇਸ ਵਾਸਤੇ ਫਿਰ ਆਪਾਂ ਨੂੰ ਸਤਿਗੁਰੂ ਦੱਸਦੇ ਵੀ ਇਹ ਗਿਆਨ ਕਸਵੱਟੀ, ਅਸੀਂ ਇਹ ਕਸਵੱਟੀ ਲਾ ਕੇ ਦੇਖ ਸਕਦੇ। ਸੋ ਦੇਖਾਂਗੇ ਅਸੀਂ ਤਾਂ ਹੀ ਜੇ ਸਾਡੇ ਕੋਲ ਕਸਵੱਟੀ ਹੋਏਗੀ। ਜੇ ਸਾਡੇ ਕੋਲ ਆਪਦੇ ਗਿਆਨ ਹੋਏਗਾ, ਸਾਡੇ ਕੋਲ ਗਿਆਨ ਦੀ ਅੱਖ ਹੋਏਗੀ, ਤੇ ਫਿਰ ਅਸੀਂ ਦੇਖ ਸਕਦੇ। ਜੇ ਹੁਣ ਸਾਡੇ ਕੋਲ ਉਹ ਗਿਆਨ ਦੀ ਅੱਖ ਹੀ ਨਹੀਂ ਦੇਖਣ ਵਾਲੀ, ਤੇ ਸਾਨੂੰ ਨਹੀਂ ਪਤਾ ਲੱਗੇ, ਤੇ ਸਾਨੂੰ ਸਮਝ ਨਹੀਂ ਲੱਗੇਗੀ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਤਿਗੁਰੂ ਨਾਲ ਨਾਲ ਹੀ ਭੇਜ ਦਿੰਦੇ, ਸਮਝਾਉਂਦੇ ਵੀ, ਤਾਂ ਕਿ ਸਾਨੂੰ ਸਮਝ ਲੱਗ ਜੇ, ਸਾਡੇ ਮਨ ਨੂੰ ਸੋਝੀ ਆ ਜੇ। ਹੁਣ ਜਿਵੇਂ ਨਾ ਭੇਦ ਹੋਣ ਕਰਕੇ ਜੀਵ ਜਾਂਦੇ ਤੀਰਥਾਂ ਤੇ, ਪਰ ਅੰਦਰੋਂ ਮਨ ਨਹੀਂ ਧੋਤਾ ਜਾਂਦਾ। ਕਿਉਂਕਿ ਜੇ ਸਾਨੂੰ ਮਨ ਦਾ ਭੇਦ ਨਹੀਂ, ਤੀਰਥ ਤੇ ਜਾਵਾਂਗੇ ਤਨ ਦਾ ਇਸ਼ਨਾਨ ਕਰਕੇ ਜੀਵ ਮੁੜ ਆਏਗਾ, ਪਰ ਅੰਦਰੋਂ ਮਨ ਦੇ ਵਿੱਚ ਉਹੀਓ ਮੈਲ ਰਹੇਗੀ, ਵੈਰ ਵਿਰੋਧ ਰਹੇਗਾ। ਇਸ ਲਈ ਮਹਾਰਾਜ ਕਹਿੰਦੇ, ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਭਾਉ ਲੱਥੀ ਨਾਤਿਆਂ, ਦੋ ਭਾਈ ਚੜੀਏ ਸੋਰ, ਬਾਹਰ ਧੋਤੀ ਤੂੰਮੜੀ, ਅੰਦਰ ਵੈਸਨ ਕੋਰ, ਸਾਧ ਭਲੇ ਅਣਨਾਤੇ, ਚੋਰ ਸੇ ਚੋਰਾਂ ਚੋਰ। ਵੀ ਜਿਹੜੇ ਤਾਂ ਸਾਧ ਉਹ ਤਾਂ ਬਿਨਾਂ ਨਾਤਿਆਂ ਤੋਂ ਹੀ ਚੰਗੇ, ਕਿਉਂਕਿ ਉਹਨਾਂ ਦਾ ਮਨ ਸੋਚਿਆ, ਉਹਨਾਂ ਦਾ ਮਨ ਸ਼ੁੱਧ ਹੈ। ਤੇ ਮਨਮੁਖ ਕਿੰਨਾ ਤਨ ਨੂੰ ਨਵਾ ਲਵੇ, ਕਿੰਨਾ ਤੀਰਥਾਂ ਦੇ ਇਸ਼ਨਾਨ ਕਰ ਲਵੇ, ਮਨ ਉਹਦਾ ਫੇਰ ਮਿਲੇ ਦਾ ਮਿਲਣਾ ਹੀ, ਮਨ ਫੇਰ ਉਹੀਓ ਵੈਰ ਵਿਰੋਧ, ਈਰਖਾ ਨਫ਼ਰਤ। ਇਸ ਵਾਸਤੇ ਸਤਿਗੁਰੂ ਕਹਿੰਦੇ ਕਹਾਣੀ ਸਾਰੀ ਮਨ ਦੀ। ਜੇ ਮਨ ਹੀ ਮੈਲਾ ਹੈ ਫਿਰ ਸਮਝੋ ਵੀ ਸਭ ਕੁਝ ਹੀ ਮੈਲਾ ਹੈ। ਮਨ ਮੈਲੇ ਤਾਂ ਸਭ ਕੁਛ ਮੈਲਾ। ਤਨ ਧੋਤੇ ਮਨ ਹਰਸ਼ਾ ਨਾ ਹੋਏ, ਇਹ ਜਗਤ ਭਰਮ ਭੁਲਾਇਆ ਵਿਰਲਾ ਬੂਝੇ ਕੋਈ। ਸਤਿਗੁਰੂ ਕਹਿੰਦੇ ਵੀ ਐਸਾ ਸੰਸਾਰ ਭਰਮ ਵਿੱਚ ਪਿਆ ਹੈ ਵੀ ਮਨ ਤਾਂ ਮੈਲਾ ਹੈ, ਤਨ ਨੂੰ ਨਵਾਈ ਜਾਂਦੇ, ਤਨ ਨੂੰ ਸ਼ੁੱਧ ਕਰੀ ਜਾਂਦੇ, ਪਰ ਮਨ ਜਿਹੜਾ ਉਹ ਮਨ ਮੈਲਾ ਹੀ ਰਹਿੰਦਾ।
ਤੋ ਇਸ ਵਾਸਤੇ ਸਾਨੂੰ ਗੁਰਬਾਣੀ ਗੁਰੂ ਵਿੱਚ ਸਾਰੀ ਕਹਾਣੀ ਜਿਹੜੀ ਹੈ ਸਾਡੇ ਮਨ ਦੀ ਦੱਸੀ। ਹੁਣ ਮਨ ਵਾਸਤੇ ਤੀਰਥ ਹੈ ਜਿਹੜਾ ਉਹ ਸਾਡੇ ਅੰਦਰ ਹੈ ਨਾਮ। ਜੇ ਤਾਂ ਅਸੀਂ ਅੰਦਰੋਂ ਨਾਮ ਦੇ ਨਾਲ ਜੁੜ ਗਏ ਤਾਂ ਸਮਝ ਲਓ ਸਾਡਾ ਤੀਰਥ 'ਚ ਇਸ਼ਨਾਨ ਹੋ ਗਿਆ। ਜੇ ਸਾਨੂੰ ਅੰਦਰ ਨਾਮ ਦਾ ਭੇਤ ਨਹੀਂ ਤੇ ਫਿਰ ਸਾਡੇ ਮਨ ਦਾ ਇਸ਼ਨਾਨ ਨਹੀਂ ਹੁੰਦਾ। ਇਸ ਲਈ ਫਰਮਾਉਂਦੇ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਸਤਿਗੁਰੂ ਕਹਿੰਦੇ ਤੀਰਥ ਤੇ ਨਹਾਉਣ ਚੱਲੇ, ਤੀਰਥ ਦਾ ਨਾਮ ਹੈ ਤੁਹਾਡੇ ਅੰਦਰ, ਤੇ ਤੁਸੀਂ ਇਹ ਸ਼ਬਦ ਦੀ ਵਿਚਾਰ ਕਰੋ, ਨਾਮ ਦੀ ਵਿਚਾਰ ਕਰੋ, ਉਹਦੀ ਖੋਜ ਕਰੋ। ਜਦੋਂ ਤੁਸੀਂ ਨਾਮ ਦੀ ਵਡਿਆਈ ਸੁਣੋਗੇ ਕਰੋਗੇ ਤੇ ਸਾਡੇ ਮਨ ਤੋਂ ਮੈਲ ਉਤਰ ਜੇਗੀ, ਸਾਨੂੰ ਸੋਝੀ ਆ ਜਾਏਗੀ, ਸਾਡਾ ਮਨ ਅੰਤਰਮੁਖੀ ਹੋ ਜਾਏਗਾ। ਇਸ ਵਾਸਤੇ ਫਿਰ ਸਾਨੂੰ ਦੱਸਦੇ ਵੀ ਸਾਡੇ ਮਨ ਵਾਸਤੇ ਤੀਰਥ ਨਾਮ। ਸਾਡਾ ਮਨ ਦਾ ਜਿਹੜਾ ਭੋਜਨ ਉਹ ਭੋਜਨ ਵੱਖਰਾ, ਮਨ ਦਾ ਤਨ ਦਾ ਵੱਖਰਾ। ਹੁਣ ਕਈ ਜੀਵ ਜਾਂਦੇ ਤਨ ਦਾ ਲੰਗਰ ਛਕ ਕੇ ਆ ਜਾਂਦੇ, ਤਨ ਵਾਸਤੇ ਤਨ ਨੂੰ ਖਵਾਈ ਜਾਂਦੇ। ਉਹ ਤਾਂ ਆਪਾਂ ਤਨ ਨੂੰ ਤਾਂ ਰੋਜ਼ ਹੀ ਖਵਾਉਂਦੇ। ਸਾਧ ਸੰਗਤ ਦੇ ਵਿੱਚ ਜਿਹੜਾ ਲੰਗਰ ਆਪਾਂ ਨੂੰ ਗੁਰੂ ਨਾਨਕ ਦੇ ਘਰ ਨੇ ਦੱਸਿਆ ਵੀ ਉਹ ਸ਼ਬਦ ਦਾ ਲੰਗਰ ਸਾਡੇ ਮਨ ਵਾਸਤੇ। ਮਨ ਵਾਸਤੇ ਚੀਜ਼ਾਂ ਨਹੀਂ ਹੈ ਖਾਣ ਲਈ ਜਿਹੜੀਆਂ ਅਸੀਂ ਇਹ ਤਨ ਨੂੰ ਖਵਾਉਂਦੇ। ਮਨ ਇਹ ਪ੍ਰਸ਼ਾਦਾ ਨਹੀਂ ਛਕਦਾ, ਮਨ ਰੋਟੀ ਨਹੀਂ ਖਾਏਗਾ, ਮਨ ਵਾਸਤੇ ਦਾਲ ਸਬਜ਼ੀਆਂ ਨਹੀਂ, ਇਹ ਮਨ ਦੀ ਖੁਰਾਕ ਨਹੀਂ ਹੈ। ਮਨ ਵਾਸਤੇ ਚਾਹ ਦੁੱਧ ਇਹ ਮਨ ਵਾਸਤੇ ਨਹੀਂ ਹੈ, ਇਹ ਤਨ ਦੀ ਖੁਰਾਕ ਹੈ, ਸਰੀਰ ਦੀ, ਮਨ ਦੀ ਨਹੀਂ। ਮਨ ਦਾ ਜਿਹੜਾ ਭੋਜਨ ਹੈ ਉਹ ਨਾਮ ਰਸ ਹੈ, ਅੰਮ੍ਰਿਤ ਰਸ ਮਨ ਦਾ ਭੋਜਨ। ਹੁਣ ਇਸ ਵਾਸਤੇ ਸਾਨੂੰ ਫਿਰ ਦੱਸਦੇ ਕਹਿੰਦੇ ਮਨ ਕਾ ਤੋਸਾ ਹਰ ਨਾਮ ਹੈ, ਹਿਰਦੇ ਰੱਖੋ ਸੰਭਾਲ। ਵੀ ਮਨ ਦਾ ਤੋਸਾ, ਮਨ ਦਾ ਭੋਜਨ ਪਰਮਾਤਮਾ ਦਾ ਨਾਮ ਹੈ। ਜੇ ਤਾਂ ਅਸੀਂ ਉਹ ਨਾਮ ਨੂੰ ਸੁਣਾਂਗੇ, ਨਾਮ 'ਚੋਂ ਅੰਮ੍ਰਿਤ ਆਏਗਾ ਤੇ ਮਨ ਨੂੰ ਤੋਸਾ ਮਿਲੇਗਾ, ਮਨ ਦਾ ਭੋਜਨ ਮਿਲੇਗਾ ਤੇ ਮਨ ਦੀ ਤ੍ਰਿਪਤੀ ਹੋਣੀ। ਇਹ ਪ੍ਰਸ਼ਾਦਾ ਭੋਜਨ ਖਾਣ ਦੇ ਨਾਲ ਤਨ ਦੀ ਤਾਂ ਤ੍ਰਿਪਤੀ ਹੋ ਜਾਂਦੀ, ਪਰ ਮਨ ਦੀ ਤ੍ਰਿਪਤੀ ਨਹੀਂ ਹੁੰਦੀ। ਮਨ ਨਹੀਂ ਰੱਜਦਾ, ਕਿਉਂਕਿ ਮਨ ਵਾਸਤੇ ਹੈ ਹੀ ਨਹੀਂ। ਕਿੰਨਾ ਵਧੀਆ ਤੋਂ ਵਧੀਆ ਸੰਸਾਰ ਦਾ ਭੋਜਨ ਖਾ ਲਓ, ਪ੍ਰਸ਼ਾਦਾ ਸੰਸਾਰੀ ਪਦਾਰਥ ਖਾ ਲਓ, ਕਿੰਨੇ ਮਹਿੰਗੇ ਤੋਂ ਮਹਿੰਗੇ ਛਕ ਲਓ, ਮਨ ਦੀ ਤ੍ਰਿਪਤੀ ਨਹੀਂ ਹੋਣੀ, ਕਿਉਂਕਿ ਇਹ ਮਨ ਦੀ ਖੁਰਾਕ ਨਹੀਂ ਹੈ, ਇਹ ਮਨ ਦਾ ਭੋਜਨ ਨਹੀਂ ਹੈ। ਕਿੰਨੇ ਵਧੀਆ ਤੋਂ ਵਧੀਆ ਸੰਸਾਰ ਦੀਆਂ ਚੀਜ਼ਾਂ ਪੀ ਲਈਏ, ਮਹਿੰਗੀ ਤੋਂ ਮਹਿੰਗੀ ਚੀਜ਼ ਪੀ ਲਈਏ, ਇਹ ਮਨ ਵਾਸਤੇ ਨਹੀਂ ਵੀ ਮਨ ਦੀ ਤ੍ਰਿਪਤੀ ਹੋ ਜੇ, ਮਨ ਦੀ ਪਿਆਸ ਬੁੱਝੇ ਇਹਦੇ ਨਾਲ। ਤਨ ਦੀ ਤਾਂ ਬੁੱਝ ਸਕਦੀ ਹੈ, ਸਰੀਰ ਤਾਂ ਰੱਜ ਸਕਦਾ, ਪਰ ਮਨ ਨਹੀਂ ਰੱਜਦਾ, ਮਨ ਦੀ ਤ੍ਰਿਪਤੀ ਨਹੀਂ ਹੁੰਦੀ, ਕਿਉਂਕਿ ਮਨ ਵਾਸਤੇ ਹੈ ਹੀ ਨਹੀਂ ਹੈ। ਇਸ ਵਾਸਤੇ ਫਿਰ ਸਾਨੂੰ ਸਮਝਾਉਂਦੇ ਬਈ ਜਿਵੇਂ ਮਨ ਵਾਸਤੇ ਤੀਰਥ ਨਾਮ, ਮਨ ਦਾ ਜਿਹੜਾ ਭੋਜਨ ਉਹ ਭੋਜਨ ਹੈ ਅੰਮ੍ਰਿਤ ਰਸ, ਅੰਮ੍ਰਿਤ ਜਲ, ਜਿਸ ਨੂੰ ਮਹਾਰਾਜ ਕਹਿੰਦੇ ਹਰ ਨਾਮ ਹਮਾਰਾ ਭੋਜਨ ਛਤੀ ਪ੍ਰਕਾਰ, ਜਿਤ ਖਾਇਆ ਹਮਕੋ ਤ੍ਰਿਪਤ ਪਈ। ਬਈ ਹਰੀ ਦਾ, ਵਾਹਿਗੁਰੂ ਦਾ ਨਾਮ ਹੀ ਸਾਡੇ ਮਨ ਵਾਸਤੇ ਭੋਜਨ ਹੈ, ਜਿਹੜਾ ਭੋਜਨ ਛਕਣ ਦੇ ਨਾਲ ਸਾਡੇ ਮਨ ਦੀ ਤ੍ਰਿਪਤੀ ਹੋ ਜਾਂਦੀ, ਸਾਡਾ ਮਨ ਰੱਜ ਜਾਂਦਾ। ਹੁਣ ਆਪਾਂ ਇਹ ਦੇਖਣਾ ਵੀ ਅਸੀਂ ਮਨ ਨੂੰ ਜਿਹੜਾ ਭੋਜਨ ਚਾਹੀਦਾ ਉਹ ਦਿੱਤਾ ਕਿ ਨਹੀਂ ਦਿੱਤਾ। ਕਿਤੇ ਤੁਹਾਨੂੰ ਹੀ ਤਾਂ ਨਹੀਂ ਛਕਾਈ ਜਾਂਦੀ,
ਤਨ ਦਾ ਹੀ ਤਾਂ ਨਹੀਂ ਭੋਜਨ ਲਈ ਜਾਂਦੇ, ਮਨ ਕਿਤੇ ਭੁੱਖਾ ਹੀ ਤਾਂ ਨਹੀਂ। ਸੋ ਇਸ ਵਾਸਤੇ ਫਿਰ ਜਦੋਂ ਆਪਾਂ ਸਤ ਸੰਗਤ ਦੇ ਵਿੱਚ ਜਾਂਦੇ ਹਾਂ, ਉੱਥੇ ਜਦੋਂ ਇਹ ਮਨ ਦੀ ਕਹਾਣੀ ਹੁੰਦੀ ਤੇ ਫਿਰ ਸਾਨੂੰ ਇਹ ਮਨ ਦੀ ਸੋਝੀ ਦਿੱਤੀ ਜਾਂਦੀ ਤੇ ਭੇਜ ਦਿੱਤਾ ਜਾਂਦਾ ਵੀ ਮਨ ਵਾਸਤੇ ਮਨ ਦੀ ਕਿਹੜੀ ਖੁਰਾਕ ਹੈ ਤੇ ਉਹ ਖੁਰਾਕ ਅਸੀਂ ਕਿਵੇਂ ਲੈਣੀ। ਉਹਦੇ ਵਾਸਤੇ ਫਿਰ ਇਹ ਆਪਾਂ ਸ਼ਬਦ ਦਾ ਲੰਗਰ, ਸਾਡੇ ਮਨ ਦੀ ਤ੍ਰਿਪਤੀ ਵਾਸਤੇ, ਸਾਡੇ ਮਨ ਵਾਸਤੇ, ਜਿਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਤੁਸੀਂ ਇਹ ਸ਼ਬਦ ਦਾ ਲੰਗਰ ਜਿਹੜਾ ਇਹ ਲਾਵੋ, ਜਿਹਦੀ ਤੋਟ ਨਹੀਂ ਆਏਗੀ, ਜਿੰਨਾ ਅਸੀਂ ਵਰਤਾਈ ਚੱਲਾਂਗੇ ਉਹਨਾਂ ਵੱਧਦਾ ਜਾਂਦਾ। ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੇ ਵਾਧੋ ਜਾਈ। ਇਹ ਮਨ ਵਾਸਤੇ ਸ਼ਬਦ ਦਾ ਲੰਗਰ, ਇਹਦੇ ਨਾਲ ਸਾਨੂੰ ਸਾਡੇ ਮਨ ਦਾ ਗਿਆਨ ਹੁੰਦਾ, ਸਾਡੇ ਮਨ ਦੀ ਸੋਝੀ ਆਉਂਦੀ, ਸਾਡਾ ਜਿਹੜਾ ਮਨ ਹੈ ਜਾਗਤ ਅਵਸਥਾ 'ਚ ਆਉਂਦਾ। ਅਸੀਂ ਮਨ ਵਾਸਤੇ ਫਿਰ ਕਮਾਈ ਕਰਨੀ ਸ਼ੁਰੂ ਕਰਦੇ ਹਾਂ, ਸਿਮਰਨ। ਮਨ ਵਾਸਤੇ ਅਸੀਂ ਮੰਗਣਾ ਸ਼ੁਰੂ ਕਰਦੇ, ਮਾਲਕ ਤੋਂ ਪਹਿਲਾਂ ਅਸੀਂ ਤਨ ਵਾਸਤੇ ਹੀ ਮੰਗੀ ਜਾਂਦੇ। ਪਹਿਲਾਂ ਜਦ ਤੱਕ ਆਪਾਂ ਸਤ ਸੰਗਤ ਨਹੀਂ ਕਰਦੇ, ਸਾਨੂੰ ਨਹੀਂ ਗਿਆਨ, ਸਾਡੀ ਜਿੰਨੀ ਵੀ ਦੌੜ ਹੁੰਦੀ ਹੈ ਤਨ ਵਾਸਤੇ ਹੁੰਦੀ, ਸਰੀਰ ਵਾਸਤੇ। ਸਰੀਰ ਦਾ ਹੀ ਭੋਜਨ ਲੈਂਦੇ ਹਾਂ, ਤਨ ਦਾ, ਸਰੀਰ ਵਾਸਤੇ ਹੀ ਕਰਮ ਕਰਦੇ ਹਾਂ, ਸਰੀਰ ਵਾਸਤੇ ਸੰਗਤ ਕਰਦੇ ਹਾਂ। ਮਨ ਦਾ ਸਾਨੂੰ ਭੇਦ ਹੀ ਨਹੀਂ ਹੁੰਦਾ ਵੀ ਅਸੀਂ ਮਨ ਵਾਸਤੇ ਕਰਨਾ। ਸੋ ਜਦੋਂ ਫਿਰ ਆਪਾਂ ਸਤ ਸੰਗਤ 'ਚ ਆਉਂਦੇ, ਫਿਰ ਇੱਥੇ ਮਨ ਦੀ ਕਹਾਣੀ ਚੱਲਦੀ ਤੇ ਫਿਰ ਸਾਨੂੰ ਪਤਾ ਲੱਗਦਾ ਵੀ ਮਨ ਦਾ ਸਾਰਾ ਖੇਲ ਵੱਖਰਾ ਹੈ, ਸਰੀਰ ਵੱਖਰਾ ਹੈ। ਵੀ ਪਹਿਲਾਂ ਤਾਂ ਅਸੀਂ ਦਿਨ ਰਾਤ ਇਹ ਤਨ ਵਾਸਤੇ ਲੱਗੇ ਹੋਏ, ਤਨ ਨੂੰ ਪ੍ਰਸ਼ਾਦਾ ਛਕਾ ਦਿੱਤਾ, ਇਹਦੇ ਵਾਸਤੇ ਵਧੀਆ ਵਧੀਆ ਪਦਾਰਥ ਛਕ ਲਏ, ਪਰ ਮਨ ਦਾ ਰੱਜਿਆ ਹੀ ਨਾ, ਮਨ ਦੀ ਤਾਂ ਤ੍ਰਿਪਤੀ ਨਾ ਹੋਈ ਇਹਦੇ ਨਾਲ। ਇਸ ਵਾਸਤੇ ਸਾਨੂੰ ਸਮਝਾਉਂਦੇ ਵੀ ਮਨ ਦਾ ਜਿਹੜਾ ਇਸ਼ਨਾਨ, ਉਹ ਇਸ਼ਨਾਨ ਵੱਖਰਾ, ਤੀਰਥ ਮਨ ਵਾਸਤੇ ਵੱਖਰਾ, ਮਨ ਦਾ ਭੋਜਨ ਵੱਖਰਾ, ਫਿਰ ਮਨ ਨੇ ਜੋ ਪਹਿਨਣਾ ਇਹਦਾ ਪਹਿਨਣਾ ਵੱਖਰਾ। ਜਿਵੇਂ ਹੁਣ ਤਨ ਵਾਸਤੇ ਤਾਂ ਅਸੀਂ ਜਿਉਂ ਉੱਠਦੇ ਹਾਂ ਵੀ ਸਵੇਰੇ ਉੱਠੇ ਤਨ ਨੂੰ ਨਵਾ ਲਿਆ, ਇਹਦਾ ਇਸ਼ਨਾਨ ਕਰ ਲਿਆ, ਪਰ ਇਹ ਤਨ ਦੇ ਇਸ਼ਨਾਨ ਨਾਲ ਮਨ ਦਾ ਇਸ਼ਨਾਨ ਨਹੀਂ ਹੁੰਦਾ, ਮਨ ਨਹੀਂ ਧੋਤਾ ਜਾਂਦਾ। ਹੁਣ ਜੀਵ ਨੂੰ ਤਨ ਨੂੰ ਤਾਂ ਨਵਾ ਲਿਆ, ਮਨ ਦਾ ਇਸ਼ਨਾਨ ਕਿਵੇਂ ਹੋਣਾ ਸੀ, ਉਹਦੇ ਵਾਸਤੇ ਫਿਰ ਆਪਾਂ ਸਿਮਰਨ ਕਰਨਾ ਸੀ। ਜਦੋਂ ਅਸੀਂ ਇਹ ਫਿਰ ਸਵੇਰੇ ਸਿਮਰਨ ਕਰਦੇ ਹਾਂ, ਇਹਦੇ ਨਾਲ ਸਾਡਾ ਮਨ ਧੋਤਾ ਜਾਂਦਾ, ਮਨ ਦਾ ਇਸ਼ਨਾਨ ਹੁੰਦਾ। ਮਹਾਰਾਜ ਫਰਮਾਉਂਦੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਾਲਕ ਦਾ ਸਿਮਰਨ ਕਰਾਂਗੇ ਤੇ ਮਨ ਧੋਤਾ ਜਾਣਾ। ਫਿਰ ਅਸੀਂ ਇਹ ਤਨ ਨੂੰ ਕੁਝ ਨਾ ਕੁਝ ਇਸ਼ਨਾਨ ਕੀਤਾ ਖਵਾਉਂਦੇ ਹਾਂ, ਕੁਝ ਕੋਈ ਸਵੇਰੇ ਆਪਾਂ ਉੱਠਦੇ ਹਾਂ ਚਾਹ ਪਾਣੀ ਪੀਂਦੇ ਹਾਂ, ਤਨ ਨੂੰ ਤਾਂ ਪਿਆ ਦਿੱਤਾ, ਪਰ ਮਨ ਨੂੰ ਕੀ ਪਿਆਏ? ਮਨ ਦੀ ਤਾਂ ਇਹ ਖੁਰਾਕ ਨਹੀਂ, ਮਨ ਤਾਂ ਨਾ ਦੁੱਧ ਪੀਂਦਾ ਨਾ ਹੀ ਚਾਹ ਪੀਂਦਾ, ਇਹ ਤਾਂ ਪੀਂਦਾ ਨਹੀਂ ਇਹ ਮਨ। ਮਨ ਨੇ ਪੀਣਾ ਸੀ ਅੰਮ੍ਰਿਤ, ਤੇ ਜੇ ਅਸੀਂ ਉਹ ਮਨ ਨੂੰ ਪਿਆਇਆ ਨਹੀਂ, ਮਨ ਤਾਂ ਭੁੱਖਾ ਹੀ ਰਹੇਗਾ, ਫਿਰ ਮਨ ਨੂੰ ਤਾਂ ਖੁਰਾਕ ਮਿਲੀ ਨਹੀਂ ਉਹਦੀ। ਫਿਰ ਅਸੀਂ ਤਨ ਦੇ ਉੱਤੇ ਕੱਪੜਾ ਪਹਿਨ ਲੈਂਦੇ, ਤਨ ਦੇ ਤਾਂ ਕੱਪੜਾ ਪਹਿਨ ਲਿਆ, ਹੁਣ ਮਨ ਨੂੰ ਵੀ ਪਹਿਨਾਉਣਾ। ਮਨ ਕੱਪੜੇ ਨਹੀਂ ਪਾਉਂਦਾ, ਮਨ ਵਾਸਤੇ ਇਹ ਨਹੀਂ ਹੈ, ਮਨ ਦਾ ਪਹਿਨਣਾ ਵੱਖਰਾ। ਮਨ ਨੇ ਜਿਹੜਾ ਪਹਿਨਣਾ ਮਾਲਕ ਦੀ ਸਿਫਤ ਸਲਾਹ, ਵਡਿਆਈ ਦਾ ਕੱਪੜਾ ਪਹਿਨਣਾ, ਜੋ ਫਿਰ ਭਗਤ ਪਹਿਨ ਕੇ ਰੱਖਦੇ, ਜਿਹਨੂੰ ਮਹਾਰਾਜ ਕਹਿੰਦੇ ਭਗਤਾਂ ਕਾ ਭੋਜਨ ਨਾਮ ਨਿਰੰਜਨ, ਪਹਿਨਣ ਭਗਤ ਵਡਾਈ। ਵੀ ਭਗਤਾਂ ਨੇ ਕੀ ਪਹਿਨੇ ਆ? ਮਾਲਕ ਦੀ ਵਡਿਆਈ, ਉਹਦੀ ਸਿਫਤ ਸਲਾਹ ਦਾ ਕੱਪੜਾ।
ਹੁਣ ਜੇ ਤਾਂ ਅਸੀਂ ਉਹਦੀ ਵਡਿਆਈ ਕਰਾਂਗੇ, ਮਾਲਕ ਦੀ ਸਿਫਤ ਕਰਾਂਗੇ, ਤੇ ਉਹ ਕੱਪੜਾ ਸਾਡੇ ਮਨ ਤੇ ਪੈ ਜਾਏਗਾ। ਜੇ ਅਸੀਂ ਕਰਦੇ ਨਹੀਂ, ਉਹ ਮਨ ਤਾਂ ਸਾਡਾ ਨੰਗਾ ਹੀ ਰਹਿੰਦਾ, ਉਹਦੇ ਤੇ ਕੱਪੜਾ ਤਾਂ ਪੈਂਦਾ ਹੀ ਨਹੀਂ ਮਨ ਨੇ। ਤੇ ਜੇ ਕੋਈ ਹੁਣ ਸੰਸਾਰ ਦੇ ਵਿੱਚ ਆਪਾਂ ਦੇਖਦੇ ਹਾਂ, ਕਿਸੇ ਜੀਵ ਨੇ ਕੱਪੜਾ ਨਾ ਪਾਇਆ ਹੋਵੇ, ਨੰਗਾ ਫਿਰਦਾ ਹੋਵੇ, ਤੇ ਉਹਨੂੰ ਜੀਵ ਕੀ ਕਹਿੰਦੇ ਵੀ ਕਮਲਾ ਹੈ। ਵੀ ਕਮਲੇ ਨੂੰ ਇਹ ਨਹੀਂ ਪਤਾ ਵੀ ਮੈਂ ਕੱਪੜੇ ਪਾ ਕੇ ਰੱਖਣੇ, ਨੰਗਾ ਹੀ ਤੁਰਿਆ ਫਿਰਦਾ। ਉਹ ਇਸੇ ਤਰ੍ਹਾਂ ਹੀ ਹੁਣ ਗੁਰਬਾਣੀ ਗੁਰੂ 'ਚ ਫਿਰ ਸਾਡੇ ਮਨ ਨੂੰ ਕਹਿੰਦੇ, ਜੇ ਅਸੀਂ ਮਾਲਕ ਦੀ ਸਿਫਤ ਸਲਾਹ ਨਹੀਂ ਕਰਦੇ, ਵਡਿਆਈ ਨਹੀਂ ਕਰਦੇ, ਉਹ ਮਨ ਤਾਂ ਨੰਗਾ ਹੀ ਹੈ। ਤੇ ਜਦੋਂ ਮਨ ਨੰਗਾ ਹੈ ਤੇ ਗੁਰੂ ਸਾਹਿਬ ਕਹਿੰਦੇ ਇਹਨੂੰ ਸ਼ਰਮ ਨਹੀਂ ਆਉਂਦੀ, ਨੰਗਾ ਹੀ ਤੁਰਿਆ ਫਿਰਦਾ, ਵੀ ਇਹਨਾਂ ਦੀ ਕੋਈ ਇੱਜ਼ਤ ਨਹੀਂ, ਇਹ ਬੇਇੱਜ਼ਤ ਨੇ। ਉਹ ਇਸ ਵਾਸਤੇ ਫਿਰ ਜਦੋਂ ਅਸੀਂ ਮਾਲਕ ਦੀ ਸਿਫਤ ਸਲਾਹ ਕਰਦੇ, ਉਹ ਸਾਡੇ ਮਨ ਦੇ ਉੱਤੇ ਕੱਪੜਾ ਪੈ ਜਾਂਦਾ ਤੇ ਸਾਡੇ ਮਨ ਦਾ ਪਰਦਾ ਢਕਿਆ ਜਾਂਦਾ, ਸਾਡੇ ਮਨ ਦੀ ਫਿਰ ਇੱਜ਼ਤ ਪੱਤ ਰਹਿੰਦੀ। ਨਹੀਂ ਤਾਂ ਇੱਧਰ ਸੰਸਾਰ ਦੇ ਵਿੱਚ ਕਿੰਨਾ ਵੀ ਜੀਵ ਦੀ ਵਡਿਆਈ ਹੋਵੇ, ਕਿੰਨਾ ਵੀ ਉਹਦੇ ਕੋਲ ਧਨ ਦੌਲਤ, ਕਿੱਡਾ ਵੱਡਾ ਰਾਜ ਭਾਗ ਹੋਵੇ, ਤੇ ਜਦੋਂ ਉਹਨੇ ਇੱਥੋਂ ਜਾਣਾ ਫਿਰ ਮਨ ਨੂੰ ਫਿਰ ਉਹਨੂੰ ਬੇਪੱਤ, ਕਿਉਂਕਿ ਨੰਗਾ ਤਾਂ ਹੁੰਦਾ ਹੀ ਹੈ, ਤੇ ਉਹਨੂੰ ਫਿਰ ਨੰਗੇ ਨਹੀਂ ਲੈ ਕੇ ਜਾਂਦੇ, ਕੁੱਟਦੇ ਮਾਰਦੇ। ਜਿਸ ਨੂੰ ਮਾਰੇ ਕਹਿੰਦੇ ਰਾਜ ਰੰਗ ਮਾਲ ਰੰਗ, ਰੰਗ ਰਤਾ ਨੱਚੇ ਨੰਗ, ਨਾਨਕ ਠੱਗਿਆ ਮੁੱਠਾ ਜਾਏ, ਬਿਨ ਨਾਵੇਂ ਪੱਤ ਗਿਆ ਗਵਾਈ। ਵੀ ਇੱਧਰ ਰਾਜ ਦੇ ਮਾਲ ਦੇ ਰੰਗ ਦੇ ਵਿੱਚ ਨੱਚਦਾ ਸੀ ਤੇ ਨੱਚਦਾ ਨੰਗਾ ਹੀ ਸੀ, ਕਿਉਂਕਿ ਮਾਲਕ ਦੀ ਸਿਫਤ ਸਲਾਹ ਦਾ ਕੱਪੜਾ ਤਾਂ ਪਹਿਨਿਆ ਨਹੀਂ ਸੀ ਤਾਂ ਨਗਨ ਨਹੀਂ। ਉਹ ਇਸ ਵਾਸਤੇ ਫਿਰ ਇੱਧਰ ਵੀ ਬੇਇੱਜ਼ਤ, ਤੇ ਜਦੋਂ ਉੱਧਰ ਬੇਇੱਜ਼ਤ ਬੇਪੱਤ ਕਰਕੇ ਲੈ ਕੇ ਜਾਂਦੇ। ਉਹ ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਸਾਡੇ ਮਨ ਦਾ ਜਿਹੜਾ ਪਹਿਨਣਾ, ਉਹ ਮਾਲਕ ਦੀ ਸਿਫਤ ਸਲਾਹ ਵਡਿਆਈ ਦਾ ਕੱਪੜਾ ਪਹਿਨਣਾ। ਫਿਰ ਮਨ ਨੇ ਇਹਦਾ ਕਿਰਤ ਕਰਨੀ, ਜਿਵੇਂ ਜੀਵ ਸਵੇਰੇ ਉੱਠਦਾ, ਖਾਂਦਾ ਪੀਂਦਾ, ਪਹਿਨਦਾ, ਤੇ ਫਿਰ ਕੰਮ ਕਰਨ ਲੱਗ ਜਾਂਦਾ ਸੰਸਾਰ ਦਾ। ਹੁਣ ਸਾਰਾ ਦਿਨ ਤਨ ਵਾਸਤੇ ਕਿਰਤ ਕੀਤੀ, ਕੰਮ ਕੀਤਾ, ਕਿਸੇ ਨੇ ਖੇਤੀ ਕੀਤੀ, ਕਿਸੇ ਨੇ ਦਿਹਾੜੀ ਕੀਤੀ, ਕਿਸੇ ਨੇ ਦੁਕਾਨਦਾਰੀ ਕੀਤੀ, ਕਿਸੇ ਨੇ ਕੋਈ ਨੌਕਰੀ ਕੀਤੀ। ਜਿੰਨਾ ਸਮਾਂ ਵੀ ਅਸੀਂ ਇੱਧਰ 5, 10 ਘੰਟੇ, 8 ਘੰਟੇ, ਜਿੰਨਾ ਸਮਾਂ ਵੀ ਅਸੀਂ ਇੱਧਰ ਕੰਮ ਕੀਤਾ, ਹੁਣ ਉਹ ਅਸੀਂ ਜਿਹੜਾ ਕੰਮ ਕੀਤਾ ਇਹ ਸਰੀਰ ਵਾਸਤੇ, ਤੇ ਉਹਦੇ ਵਾਸਤੇ ਸਾਨੂੰ ਇਹ ਸਰੀਰ ਲਈ ਭੋਜਨ ਮਿਲ ਜਾਏਗਾ, ਸਰੀਰ ਵਾਸਤੇ ਅਸੀਂ ਇਹ ਕੱਪੜਾ ਪਹਿਨ ਲਾਂਗੇ ਸਰੀਰ ਦੇ ਉੱਤੇ, ਸਰੀਰ ਵਾਸਤੇ ਰਹਿਣ ਲਈ ਅਸੀਂ ਵਧੀਆ ਮਕਾਨ ਘਰ ਬਣਾ ਲਾਂਗੇ। ਹੋਰ ਜੇ ਕੋਈ ਸਾਨੂੰ ਸੁੱਖ ਸਹੂਲਤਾਂ ਚਾਹੀਦੀਆਂ, ਉਹ ਅਸੀਂ ਸਰੀਰ ਵਾਸਤੇ ਲੈ ਲਾਂਗੇ, ਇਕੱਠੀਆਂ ਕਰ ਲਾਂਗੇ। ਪਰ ਇਹਦੇ ਵਿੱਚ ਅਸੀਂ ਮਨ ਲਈ ਕੀ ਕੀਤਾ? ਮਨ ਨੇ ਕਿਹੜੀ ਦਿਹਾੜੀ ਕਰਨੀ ਸੀ, ਮਨ ਨੇ ਕਿਹੜੀ ਨੌਕਰੀ ਕਰਨੀ ਸੀ, ਮਨ ਨੇ ਕਿਹੜੀ ਖੇਤੀ ਕਰਨੀ ਸੀ, ਮਨ ਨੇ ਕਿਹੜੀ ਦੁਕਾਨਦਾਰੀ ਕਰਨੀ ਸੀ? ਉਹਦਾ ਫਿਰ ਸਾਨੂੰ ਸਾਰਾ ਭੇਦ ਗੁਰਬਾਣੀ ਗੁਰੂ ਵਿੱਚ ਗੁਰੂ ਸਾਹਿਬ ਨੇ ਦਿੱਤਾ। ਵੀ ਜੇ ਕੋਈ ਖੇਤੀ ਕਰਦਾ, ਤੇ ਮਹਾਰਾਜ ਨੇ ਉਸ ਹਿਸਾਬ ਨਾਲ ਸਮਝਾਇਆ ਵੀ ਤੁਸੀਂ ਖੇਤੀ ਕਰਦੇ ਹੋ ਤਨ ਵਾਸਤੇ, ਤੇ ਨਾਲ ਨਾਲ ਤੁਸੀਂ ਮਨ ਵਾਸਤੇ ਵੀ ਕਰੋ। ਮਨ ਦੀ ਜਿਹੜੀ ਖੇਤੀ ਉਹ ਹੋਰ ਹੈ, ਤਨ ਦੀ ਹੋਰ ਹੈ। ਤਨ ਵਾਸਤੇ ਤੁਸੀਂ ਕਰੋਗੇ ਤੇ ਤੁਹਾਨੂੰ ਤਨ ਵਾਸਤੇ ਸੁੱਖ ਸਹੂਲਤਾਂ ਮਿਲ ਜਾਣਗੀਆਂ, ਪਰ ਮਨ ਵਾਸਤੇ ਨਹੀਂ ਮਿਲਣਗੀਆਂ। ਮਨ ਵਾਸਤੇ ਫਿਰ ਕਿਹੜੀ ਖੇਤੀ? ਆਪਾਂ ਨੂੰ ਦੱਸਿਆ ਵੀ ਇਹ ਸਰੀਰ ਖੇਤ ਹੈ, ਤੇ ਇਸ ਖੇਤ ਦੇ ਵਿੱਚ ਗੰਦ ਉੱਗਦਾ ਹੈ ਵਿਚਾਰਾਂ ਦਾ, ਤੇ ਮਨ ਨੇ ਉਹ ਗੰਦ ਮਾਰਨਾ, ਤੇ ਮਾਲਕ ਨੇ ਫਿਰ ਉਹ ਨਾਮ ਦਾ ਤਾਂ ਬੀਜ ਵਿੱਚ ਪਾਇਆ ਹੀ ਹੈ, ਤੇ ਫਿਰ ਉਹ ਬੀਜ ਪੁੰਗਰਨਾ, ਤੇ ਫਿਰ ਉਹ ਅੱਗੇ ਖੇਤੀ ਹੋਣੀ ਨਾਮ ਦੀ। ਇਸ ਨੂੰ ਮਹਾਰਾਜ ਕਹਿੰਦੇ ਨਾਮ ਖੇਤੀ ਬੀਜੋ ਭਾਈ ਮੀਤ, ਸੌਦਾ ਕਰੋ ਗੁਰ ਸੇਵੋ ਨੀਤ।
ਜੇ ਹੁਣ ਇਹਦੇ ਵਿੱਚ ਨਾਮ ਦੀ ਖੇਤੀ ਕਰਾਂਗੇ ਤੇ ਉਹ ਸਾਡੇ ਮਨ ਵਾਸਤੇ, ਫਿਰ ਸਾਡੇ ਮਨ ਨੂੰ ਇਹਦਾ ਫਲ ਮਿਲਣਾ, ਮਨ ਦੀ ਤ੍ਰਿਪਤੀ ਹੋਣੀ, ਮਨ ਵਾਸਤੇ ਇਹ ਸਿਮਰਨ ਅਭਿਆਸ ਕਰਨਾ, ਗੰਦ ਮਾਰਨਾ। ਫਿਰ ਜੇ ਹੁਣ ਅਸੀਂ ਕੋਈ ਨੌਕਰੀ ਕਰਦੇ ਹਾਂ ਤੇ ਮਨ ਦੀ ਨੌਕਰੀ ਕਿਹੜੀ ਹੈ? ਮਨ ਨੇ ਨੌਕਰੀ ਕਰਨੀ ਮਾਲਕ ਦੀ, ਪਰਮਾਤਮਾ ਦੀ ਚਾਕਰੀ। ਇੱਕ ਤਾਂ ਅਸੀਂ ਨੌਕਰੀ ਕਰਦੇ ਤਨ ਵਾਸਤੇ, ਉਹ ਤਾਂ ਕਰਨੀ ਤਨ ਵਾਸਤੇ ਖੇਤੀ ਕਰਦੇ ਉਹ ਤਾਂ ਕਰਨਾ ਹੀ ਕਰਨਾ, ਨਾਲ ਨਾਲ ਮਨ ਵਾਸਤੇ ਵੀ ਕਰਨਾ, ਕਿਉਂਕਿ ਮਨ ਵੱਖਰਾ ਹੈ, ਸਰੀਰ ਵੱਖਰਾ ਹੈ। ਹੁਣ ਆਪਾਂ ਨੂੰ ਕਹਿੰਦੇ ਵੀ ਤਨ ਵਾਸਤੇ ਤਾਂ ਅਸੀਂ ਸਿੱਖ ਲਿਆ ਕਰਨਾ, ਕੋਈ ਖੇਤੀਬਾੜੀ ਕਰਦਾ ਉਹਨੂੰ ਪਤਾ ਵੀ ਕਿਵੇਂ ਕਰਨੀ ਹੈ, ਪਰ ਮਨ ਦੀ ਕਿਵੇਂ ਕਰਨੀ ਉਹਦੇ ਵਾਸਤੇ ਸਾਨੂੰ ਗੁਰੂ ਦੀ ਸ਼ਰਨ 'ਚ ਆਉਣਾ ਪੈਂਦਾ, ਸਤਸੰਗ 'ਚ ਆਉਣਾ ਪੈਂਦਾ, ਫਿਰ ਪਤਾ ਲੱਗਦਾ। ਨਹੀਂ ਤਾਂ ਮਨ ਦੀ ਖੇਤੀ ਉਜੜ ਜਾਂਦੀ, ਨਹੀਂ ਤਾਂ ਉਹਦੇ ਵਿੱਚ ਗੰਦ ਹੋ ਕੇ ਖੜ੍ਹਦਾ, ਅਤੇ ਜਿਹੜਾ ਸਾਨੂੰ ਲਾਹਾ ਮਿਲਣਾ ਸੀ ਉਹ ਲਾਹਾ ਸਾਨੂੰ ਮਿਲਦਾ ਹੀ ਨਹੀਂ। ਇਸੇ ਤਰ੍ਹਾਂ ਹੀ ਹੁਣ ਜੇ ਤਨ ਵਾਸਤੇ ਜੀਵ ਨੌਕਰੀ ਕਰਦਾ ਹੈ, ਅਤੇ ਇਸੇ ਤਰ੍ਹਾਂ ਹੀ ਅਸੀਂ ਮਨ ਲਈ ਵੀ ਨੌਕਰੀ ਕਰਨੀ ਹੈ, ਅਤੇ ਮਨ ਨੇ ਨੌਕਰੀ ਕਰਨੀ ਅਕਾਲ ਪੁਰਖ ਪਰਮੇਸ਼ਰ ਦੀ। ਉਹ ਮਾਲਕ ਦੇ ਘਰ ਦਾ ਮਨ ਨੇ ਨੌਕਰ ਬਣਨਾ, ਅਤੇ ਨੌਕਰ ਬਣ ਕੇ ਨੌਕਰ ਦਾ ਕੰਮ ਹੈ ਉਹਨੇ ਆਪਦੇ ਮਾਲਕ ਦੀ ਸੇਵਾ ਕਰਨੀ, ਸੇਵਾ ਦੇ ਵਿੱਚ ਹਾਜ਼ਰ ਰਹਿਣਾ। ਇਸ ਵਾਸਤੇ ਫਿਰ ਮਹਾਰਾਜ ਜੀ ਕਹਿੰਦੇ ਵੀ ਜਿਹੜੇ ਸੰਤ ਹੁੰਦੇ ਉਹ ਮਾਲਕ ਦੇ ਨੌਕਰ ਹੁੰਦੇ, ਉਹ ਮਾਲਕ ਦੇ ਚਾਕਰ, ਪਰਮਾਤਮਾ ਦੇ ਸੇਵਕ। ਜਿਸ ਨੂੰ ਮਹਾਰਾਜ ਜੀ ਕਹਿੰਦੇ ਹਮ ਚਾਕਰ ਗੋਬਿੰਦ ਕੀ ਠਾਕਰ ਮੇਰਾ ਭਾਰਾ, ਵੀ ਅਸੀਂ ਚਾਕਰ ਕਿਹਦੇ ਹਾਂ? ਗੋਬਿੰਦ ਮਾਲਕ ਦੇ, ਵਾਹਿਗੁਰੂ ਦੇ। ਅਤੇ ਉਹਦੀ ਚਾਕਰੀ ਹੁੰਦੀ ਉਹਦੀ ਸੇਵਾ ਕਰਕੇ, ਅਤੇ ਜੇ ਅਸੀਂ ਉਹਦੀ ਸੇਵਾ ਕਰਦੇ, ਮਾਲਕ ਦੀ ਸੇਵਾ ਹੁੰਦੀ ਦੇਖ ਦੇਖ ਕੇ, ਸ਼ਬਦ ਦੀ ਸੇਵਾ, ਨਾਮ ਦੀ ਸੁਣ ਸੁਣ ਕੇ, ਅਤੇ ਜਿਹੜਾ ਮਾਲਕ ਦੀ ਸੇਵਾ 'ਚ ਹਾਜ਼ਰ ਰਹਿੰਦਾ ਅਤੇ ਉਹਨੂੰ ਕਹਿੰਦੇ ਵੀ ਇਹ ਸੇਵਕ ਹੈ, ਇਹ ਚਾਕਰ ਹੈ। ਚਾਕਰ ਤੇ ਰਸੋਈ ਜੋ ਸਹਿਜ ਰਿਹਾ ਸਮਾਈ, ਵੀ ਜਿਹੜਾ ਸਹਿਜ ਦੇ ਵਿੱਚ ਉਹ ਮਾਲਕ ਦਾ ਚਾਕਰ। ਫਿਰ ਅਸੀਂ ਜੇ ਕੋਈ ਦੁਕਾਨਦਾਰੀ ਕਰਦੇ, ਦੁਕਾਨਦਾਰੀ ਕਰਦਾ ਜੀਵ, ਬਿਜ਼ਨਸ ਕਰਦਾ, ਕੋਈ ਵਪਾਰ ਕਰਦਾ ਹੈ, ਹੁਣ ਉਹ ਅਸੀਂ ਤਨ ਵਾਸਤੇ ਕਰਦੇ, ਅਤੇ ਉਹ ਸਾਨੂੰ ਪਤਾ ਵੀ ਹੈ ਵੀ ਕਿਵੇਂ ਕਰਨਾ, ਅਤੇ ਮਨ ਵਾਸਤੇ ਕਿਹੜਾ ਵਪਾਰ ਹੈ, ਕਿਹੜਾ ਬਣ ਜਿਹਨੇ ਕਰਨਾ ਮਨ ਨੇ, ਉਹ ਫਿਰ ਨਾਮ ਦਾ ਬਣ ਜੇ, ਜਿਸ ਨੂੰ ਮਹਾਰਾਜ ਕਹਿੰਦੇ ਹਰ ਨਾਮ ਹਮਾਰਾ ਵਣਜ, ਹਰ ਨਾਮ ਵਪਾਰ, ਹਰ ਨਾਮੇ ਕੀ ਸਤਿਗੁਰ ਹਮਕੋ ਕਾਰ ਕੁੰਨੀ ਦੀ, ਹਰ ਨਾਮੇ ਕਾ ਹਮ ਲੇਖਾ ਲਿਖਿਆ, ਸਭ ਜਮ ਕੀ ਅਗਲੀ ਕਾਣ ਗਈ। ਬਈ ਇਹ ਸਾਡੇ ਮਨ ਵਾਸਤੇ ਫਿਰ ਇਹ ਦੁਕਾਨਦਾਰੀ, ਮਨ ਦਾ ਵਪਾਰ, ਮਨ ਨੇ ਵਣਜ ਕਰਨਾ। ਸੋ ਜਾਣੀ ਦੀ ਤਨ ਵਾਸਤੇ ਸਾਰਾ ਵੱਖਰਾ ਹੈ ਅਤੇ ਮਨ ਵਾਸਤੇ ਵੱਖਰਾ ਹੈ, ਅਤੇ ਅਸੀਂ ਦੋਵੇਂ ਪੈਰਲਲ ਰੱਖ ਕੇ ਚੱਲਣਾ ਹੁੰਦਾ। ਵੀ ਸਰੀਰ ਵਾਸਤੇ ਵੀ ਕਰਨਾ ਹੈ ਤਾਂ ਕਿ ਸਾਨੂੰ ਕਿਸੇ ਤੋਂ ਮੰਗਣ ਦੀ ਲੋੜ ਨਾ ਪਵੇ, ਕਿਸੇ ਅੱਗੇ ਹੱਥ ਨਾ ਅੱਡਣਾ ਪਵੇ, ਅਤੇ ਮਨ ਵਾਸਤੇ ਵੀ ਕਰਨਾ ਹੈ ਤਾਂ ਕਿ ਸਾਡਾ ਮਨ ਨਾ ਭੁੱਖਾ ਰਹੇ। ਇਹ ਨਾ ਹੋਵੇ ਤਨ ਵਾਸਤੇ ਤਾਂ ਅਸੀਂ ਦਿਨ ਰਾਤ ਕਰੀ ਜਾਈਏ ਅਤੇ ਸਾਡਾ ਮਨ ਭੁੱਖਾ ਹੀ ਰਹੇ, ਮਨ ਦੀ ਤ੍ਰਿਪਤੀ ਨਾ ਹੋਵੇ, ਮਨ ਰੱਜੇ ਨਾ। ਇਹੋ ਕਾਰਨ ਹੈ ਵੀ ਜਦੋਂ ਸਾਨੂੰ ਮਨ ਦਾ ਭੇਦ ਨਹੀਂ ਹੁੰਦਾ, ਜੀਵ ਤਨ ਵਾਸਤੇ ਤਾਂ ਬਹੁਤ ਜ਼ਿਆਦਾ ਇਕੱਠਾ ਕਰ ਲੈਂਦਾ, ਅਤੇ ਇਕੱਠਾ ਕਰੀ ਜਾਂਦਾ, ਪਰ ਮਨ ਦੀ ਤ੍ਰਿਸ਼ਨਾ ਨਹੀਂ ਬੁਝਦੀ, ਕਿਉਂਕਿ ਮਨ ਵਾਸਤੇ ਕਰਦਾ ਨਹੀਂ, ਅਤੇ ਉਹ ਤ੍ਰਿਸ਼ਨਾ ਐਸੀ ਲੱਗ ਜਾਂਦੀ ਵੀ ਉਹਨੂੰ ਲੱਗਦਾ ਵੀ ਥੋੜ੍ਹਾ ਹੋਰ ਕਰਾਂ, ਉਹ ਹੋਰ ਕਰਦਾ ਅਤੇ ਫਿਰ ਲੱਗਦਾ ਥੋੜ੍ਹਾ, ਉਦੋਂ ਵੱਧ ਹੋਰ ਕਰਾਂ। ਉਹ ਹੁਣ ਉਹਨੂੰ ਪਤਾ ਨਹੀਂ ਹੁੰਦਾ ਵੀ ਇਹਦੇ ਨਾਲ ਤ੍ਰਿਸ਼ਨਾ ਮੇਰੀ ਬੁਝਣੀ ਨਹੀਂ, ਕਿਉਂਕਿ ਮਨ ਵਾਸਤੇ ਤਾਂ ਮੈਂ ਕਰ ਨਹੀਂ ਰਿਹਾ, ਉਹ ਤਾਂ ਤਨ ਵਾਸਤੇ ਕਰ ਰਿਹਾ, ਅਤੇ ਉਹ ਤ੍ਰਿਸ਼ਨਾ ਹੋਰ ਵੱਧਦੀ ਜਾਂਦੀ। ਇਸ ਲਈ ਸਤਿਗੁਰੂ ਕਹਿੰਦੇ ਤ੍ਰਿਸ਼ਨਾ ਵਿਰਲੇ ਕੀ ਹੀ ਬੂਝੀ ਹੈ, ਕੋਟ ਜੋਰੇ ਲੱਖ ਕਰੋੜੇ, ਮਨ ਨਾ ਹੋਰੇ ਪਰੇ ਪਰੇ ਕੋ ਹੀ ਲੂਝੀ ਹੈ।
ਸਤਿਗੁਰੂ ਕਹਿੰਦੇ ਵੀ ਤ੍ਰਿਸ਼ਨਾ ਵਿਰਲੇ ਦੀ ਪੁੱਜਦੀ, ਵਿਰਲੇ ਕਿਹਦੀ, ਵੀ ਜਿਨ੍ਹਾਂ ਨੂੰ ਇਹ ਮਨ ਦਾ ਭੇਤ ਆ ਗਿਆ, ਜਿਨ੍ਹਾਂ ਨੂੰ ਸਾਧ ਸੰਗਤ ਮਿਲ ਗਈ, ਜਿਨ੍ਹਾਂ ਨੂੰ ਸੋਝੀ ਆ ਗਈ ਵੀ ਮਨ ਦੀ ਤ੍ਰਿਪਤੀ ਨਹੀਂ ਹੋਣੀ ਇੱਦਾਂ ਜਦ ਤੱਕ ਅਸੀਂ ਮਨ ਵਾਸਤੇ ਕਮਾਈ ਨਹੀਂ ਕਰਦੇ। ਜਿਨ੍ਹਾਂ ਨੇ ਮਨ ਵਾਸਤੇ ਨਾਲ ਨਾਲ ਕਮਾਈ ਕਰਨੀ ਸ਼ੁਰੂ ਕਰ ਦਿੱਤੀ, ਨਾਲ ਤਨ ਵਾਸਤੇ ਵੀ ਕਰਦੇ, ਮਨ ਵਾਸਤੇ ਵੀ, ਉਹਨਾਂ ਦੇ ਮਨ ਦੀ ਤ੍ਰਿਪਤੀ ਹੋ ਜਾਂਦੀ, ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਸੰਸਾਰ ਦੇ ਵਿੱਚ ਤਾਂ ਗੁਜ਼ਾਰਾ ਹੈ, ਅਸੀਂ ਕਿਹੜਾ ਇੱਥੇ ਸਦਾ ਰਹਿਣਾ। ਕੁਝ ਸਮੇਂ ਵਾਸਤੇ ਆਏ ਹਾਂ, ਸਵੇਰੇ ਆਏ ਹਾਂ, ਰਾਤ ਨੂੰ ਵਾਪਸ ਚਲੇ ਜਾਣਾ, ਅਤੇ ਇੱਕ ਦਿਨ ਸਦਾ ਵਾਸਤੇ ਚਲੇ ਜਾਣਾ। ਅਤੇ ਉਹਨਾਂ ਗੁਰਮੁਖਾਂ ਦੀ ਤਾਂ ਕਰਕੇ ਫਿਰ ਮਨ ਦੀ ਤ੍ਰਿਪਤੀ ਹੋ ਜਾਂਦੀ, ਉਹਨਾਂ ਦੀ ਜਿਹੜੀ ਭੱਜ ਦੌੜ ਸੰਸਾਰ ਦੀ ਬਹੁਤੀ ਨਹੀਂ ਰਹਿੰਦੀ, ਉਹ ਬੜਾ ਸੀਮਤ ਰਹਿ ਜਾਂਦੀ। ਅਤੇ ਮਨਮੁਖ ਦਾ ਇੰਨਾ ਖਲਾਰਾ, ਇੰਨਾ ਜ਼ਿਆਦਾ ਉਹ ਵਧਾ ਲੈਂਦਾ, ਜਿੰਨਾ ਵਧਾਉਂਦਾ ਜਾਂਦਾ ਹੋਰ ਦੁਖੀ ਹੋਈ ਜਾਂਦਾ, ਅਤੇ ਤ੍ਰਿਸ਼ਨਾ ਉਹਦੀ ਹੋਰ ਵੱਧਦੀ ਜਾਂਦੀ, ਮਨ ਦੀ ਤ੍ਰਿਪਤੀ ਨਹੀਂ ਹੁੰਦੀ, ਮਨ ਰੱਜਦਾ ਨਹੀਂ। ਕਿਉਂਕਿ ਮਨ ਤਾਂ ਰੱਜੇ ਜੇ ਮਨ ਵਾਸਤੇ ਕਰੇ, ਮਨ ਵਾਸਤੇ ਤਾਂ ਕਰਦਾ ਹੀ ਨਹੀਂ। ਇਸ ਵਾਸਤੇ ਫਿਰ ਸਤਿਗੁਰੂ ਸਾਨੂੰ ਸਮਝਾਉਂਦੇ ਵੀ ਤੁਸੀਂ ਮਨ ਵਾਸਤੇ ਵੀ ਨਾਲ ਨਾਲ ਕਰੋ, ਤਾਂ ਕਿ ਸਾਡਾ ਮਨ ਤ੍ਰਿਪਤ ਹੋ ਜੇ, ਸਾਡੇ ਮਨ ਦੀ ਭੁੱਖ ਖਤਮ ਹੋ ਜੇ। ਉਹਦੇ ਵਾਸਤੇ ਫਿਰ ਇਹ ਆਪਾਂ ਸਿਮਰਨ ਕਰਦੇ ਮਨ ਲਈ। ਜਿਉਂ ਆਪਾਂ ਇਹ ਸਿਮਰਨ ਕਰਾਂਗੇ, ਸਾਡੇ ਮਨ ਵਾਸਤੇ ਕਮਾਈ ਕਰਾਂਗੇ, ਜਿਉਂ ਮਨ ਕੋਲ ਧਨ ਆਏਗਾ, ਕਮਾਈ ਆਏਗੀ, ਤਿਉਂ ਸੁਖੀ ਹੁੰਦਾ ਜਾਏਗਾ। ਜਿਵੇਂ ਆਪਾਂ ਸੰਸਾਰ 'ਚ ਦੇਖਦੇ ਹਾਂ, ਕਿਸੇ ਜੀਵ ਕੋਲ ਹੁਣ ਧਨ ਨਹੀਂ, ਉਹਨੂੰ ਦਿਨ ਰਾਤ ਚਿੰਤਾ ਲੱਗੀ ਰਹਿੰਦੀ ਵੀ ਕਿੱਥੋਂ ਮੈਂ ਧਨ ਲਿਆਵਾਂ, ਕਿੱਥੋਂ ਖਾਵਾਂ। ਸੋ ਇਸੇ ਤਰ੍ਹਾਂ ਹੀ ਹੁਣ ਸਾਡੇ ਅੰਦਰ ਹੀ ਚਿੰਤਾ ਕਿਉਂ ਹੈ, ਫਿਕਰ ਕਿਉਂ ਹੈ, ਕਿਉਂਕਿ ਮਨ ਕੋਲ ਧਨ ਨਹੀਂ ਹੈ। ਮਨ ਨੇ ਨਾ ਧਨ ਇਕੱਠਾ ਕੀਤਾ ਹੋਣ ਕਰਕੇ, ਤਾਂ ਕਰਕੇ ਸਾਨੂੰ ਇਹ ਚਿੰਤਾ, ਫਿਕਰ, ਸਹਿੰਸੇ ਦਿਨ ਰਾਤ ਲੱਗੇ ਹੋਏ ਨੇ। ਜੇ ਹੁਣ ਮਨ ਵਾਸਤੇ ਕਮਾਈ ਕਰਾਂਗੇ, ਸਿਮਰਨ ਕਰਾਂਗੇ, ਧਨ ਆ ਜਾਏਗਾ, ਅਤੇ ਸਹਿੰਸੇ ਫਿਕਰ ਚਿੰਤਾਵਾਂ ਖਤਮ ਹੋ ਜਾਣ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਕਹਾਣੀ ਸਾਰੀ ਮਨ ਦੀ, ਮਨ ਵਾਸਤੇ ਕਮਾਈ ਕਰਾਂਗੇ ਅਤੇ ਮਨ ਦੀ ਤ੍ਰਿਪਤੀ ਹੋਏਗੀ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਮਨ ਵਾਸਤੇ ਇਹ ਦਿਹਾੜੀ ਕਰੋ, ਹਰ ਹਰ ਨਿਤ ਜਪਿਓ ਜੀਓ, ਲਾਹਾ ਖੱਟਿਓ ਦਿਹਾੜੀ। ਵੀ ਇਸੇ ਸਿਮਰਨ ਕਰੋ ਵੱਧ ਤੋਂ ਵੱਧ, ਅਤੇ ਦਿਹਾੜੀ ਲਾਹਾ ਖੱਟੋ। ਲਾਹਾ ਖੱਟ ਕੇ ਜਾਵਾਂਗੇ ਅਤੇ ਖੁਸ਼ੀ ਹੋਏਗੀ, ਧਨ ਪੱਲੇ ਨਾਲ ਹੋਏਗਾ ਅਤੇ ਖੁਸ਼ੀ ਹੁੰਦੀ। ਅਤੇ ਜੇ ਹੁਣ ਕਮਾਈ ਨਹੀਂ ਕੀਤੀ ਅਤੇ ਫਿਰ ਦੁਖੀ ਹੋ ਕੇ ਜਾਣਾ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਨਾਲ ਨਾਲ ਹੀ ਮਨ ਵਾਸਤੇ ਅਸੀਂ ਕਮਾਈ ਕਰਨੀ, ਅਤੇ ਉਹ ਹੈ ਫਿਰ ਇਹ ਸਿਮਰਨ ਅਭਿਆਸ ਕਰਨਾ। ਆਓ ਹੁਣ ਜੋ ਸਤਿਗੁਰੂ ਆਪਾਂ ਨੂੰ ਕਹਿ ਰਹੇ ਮਨ ਵਾਸਤੇ ਕਮਾਈ, ਵੀ ਇਹਨਾਂ ਸਵਾਸਾਂ ਨੂੰ, ਇਹਨਾਂ ਦਮਾਂ ਨੂੰ ਸੰਭਾਲੋ। ਰਮਾਉਂਦੇ ਦਮ ਦਮ ਸਦਾ ਸੰਭਾਲਦਾ, ਦਮ ਨਾ ਵਿਰਥਾ ਜਾਏ। ਆਓ ਹੁਣ ਕਿਵੇਂ ਅਸੀਂ ਇਹਨਾਂ ਦਮਾਂ ਨੂੰ, ਸਵਾਸਾਂ ਨੂੰ ਸੰਭਾਲਣਾ, ਜੋ ਸਤਿਗੁਰੂ ਆਪਾਂ ਨੂੰ ਇਹ ਸਾਸ ਗਿਰਾਸੇ ਮਨ ਦੱਸਦੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖੋ ਜਦੋਂ ਇਹ ਆਪਾਂ ਅਭਿਆਸ ਕਰਦੇ, ਇਹ ਸਾਡੇ ਮਨ ਦੀ ਕਮਾਈ। ਮਨ ਵਾਸਤੇ ਆਪਾਂ ਦਿਹਾੜੀ ਕਰਨੀ, ਇਹ ਮਨ ਵਾਸਤੇ ਕਿਰਤ ਕਰਨੀ। ਜਦੋਂ ਅਸੀਂ ਨਾਲ ਨਾਲ ਹੀ ਮਨ ਵਾਸਤੇ ਕਰਾਂਗੇ ਤੇ ਸਾਡੇ ਮਨ ਦੀ ਤ੍ਰਿਪਤੀ ਹੋਏਗੀ, ਸਾਡੇ ਮਨ ਨੂੰ ਸਬਰ ਸੰਤੋਖ ਆਏਗਾ। ਫਿਰ ਸਾਡੇ ਮਨ ਦੇ ਵਿੱਚ ਜਿਹੜੇ ਮਾਲਕ ਦੇ ਗੁਣ ਨੇ ਉਹ ਗੁਣ ਪ੍ਰਵੇਸ਼ ਹੋਣਗੇ। ਇਹਦੀ ਸਾਡੇ ਮਨ ਨੇ ਰੱਜਣਾ, ਇਹਦੀ ਇਹਨੂੰ ਨਾਮ ਦੀ ਦਾਤ ਮਿਲਣੀ। ਜਦੋਂ ਹੁਣ ਅਸੀਂ ਇਹ ਕਮਾਈ ਕਰਾਂਗੇ, ਇੰਨੀ ਕਮਾਈ ਅਸੀਂ ਇੰਨਾ ਧਨ ਜਮ੍ਹਾਂ ਕਰਾ ਦਾਂਗੇ ਤੇ ਫਿਰ ਮਾਲਕ ਸਾਨੂੰ ਨਾਮ ਦੀ ਦਾਤ ਦੇ ਦਿੰਦੇ। ਸਾਡੇ ਅੰਦਰ ਨਾਮ ਜਿਹੜਾ ਰੂਪ ਤੋਂ ਪ੍ਰਗਟ ਹੋ ਜਾਂਦਾ। ਸੋ ਇਹ ਹੁਣ ਆਪਣੇ ਤੇ ਮਨਸਰ ਹੈ ਵੀ ਅਸੀਂ ਕਿੰਨੀ ਕੁ ਕਮਾਈ ਕਰਦੇ ਹਾਂ, ਕਿੰਨਾ ਕੁ ਧਨ ਜਮ੍ਹਾਂ ਕਰਾਉਂਦੇ। ਜਿੰਨਾ ਅਸੀਂ ਧਨ ਜਮ੍ਹਾਂ ਜ਼ਿਆਦਾ ਕਰਾਵਾਂਗੇ ਉਨਾ ਹੀ ਸਾਨੂੰ ਵੱਧ ਉੱਥੋਂ ਸੌਦਾ ਮਿਲ ਜਾਏਗਾ। ਜਿਵੇਂ ਹੁਣ ਜਿੰਨਾ ਆਪਣੇ ਕੋਲ ਧਨ ਹੁੰਦਾ, ਆਪਾਂ ਦੁਕਾਨ 'ਤੇ ਜਾਈਏ, ਬਾਜ਼ਾਰ ਜਾਈਏ, ਆਪਾਂ ਪੈਸੇ ਦਿੰਦੇ ਹਾਂ ਅਤੇ ਸੌਦਾ ਲੈ ਲੈਂਦੇ। ਜਿੰਨੇ ਜਿਹਦੇ ਕੋਲ ਪੈਸੇ ਜ਼ਿਆਦਾ ਉਹ ਵੱਧ ਸੌਦਾ ਲੈ ਲਏਗਾ, ਜਿਹਦੇ ਕੋਲ ਘੱਟ ਨੇ ਉਹ ਘੱਟ ਲੈ ਲਏਗਾ। ਹੁਣ ਇਸੇ ਤਰ੍ਹਾਂ ਹੀ ਸਾਡੇ ਮਨ ਵਾਸਤੇ ਕਮਾਈ ਹੈ। ਜਿੰਨਾ ਅਸੀਂ ਧਨ ਸੰਪਦ ਜਮ੍ਹਾਂ ਕਰਾਵਾਂਗੇ ਉਹਦੇ ਬਦਲੇ ਸਾਨੂੰ ਫਿਰ ਇਹ 10ਵਾਂ ਦੁਆਰ ਹੈ, ਜਿਹਨੂੰ ਮੌਕ ਦਾ ਹੱਟ ਕਹਿੰਦੇ, ਇੱਥੋਂ ਸਾਨੂੰ ਮਨ ਵਾਸਤੇ ਸੌਦਾ ਮਿਲਣਾ। ਜਿਹੜੇ ਜੀਵ ਹੁਣ ਇਹ ਸਿਮਰਨ ਕਰਦੇ ਨਹੀਂ, ਧਨ ਜਮ੍ਹਾਂ ਕਰਾਉਂਦੇ ਨਹੀਂ, ਉਹ ਹੱਟ ਤੋਂ ਸੌਦਾ ਲੈ ਹੀ ਨਹੀਂ ਸਕਦੇ। ਭਾਈਓ ਮਾਰੇ ਫਰਮਾਉਂਦੇ, ਬਿਨ ਦਮ ਕੇ ਸੌਦਾ ਨਹੀਂ ਹਾਟ। ਵੀ ਜੇ ਤੁਸੀਂ ਦਮ ਨਹੀਂ ਜਮ੍ਹਾਂ ਕਰਾਏ ਤੇ ਹੱਟੀ ਤੋਂ ਤੁਹਾਨੂੰ ਸੌਦਾ ਨਹੀਂ ਮਿਲਣਾ। ਤੇ ਜੇ ਹੁਣ ਅਸੀਂ ਦਮ ਜਮ੍ਹਾਂ ਨਹੀਂ ਕਰਾਵਾਂਗੇ ਸਾਨੂੰ ਸੌਦਾ ਨਹੀਂ ਮਿਲੇਗਾ। ਤੇ ਜਦੋਂ ਮਨ ਵਾਸਤੇ ਮਿਲੇਗਾ ਨਹੀਂ ਤੇ ਮਨ ਨੇ ਤਾਂ ਭੁੱਖਾ ਹੀ ਰਹਿਣਾ, ਮਨ ਨੇ ਤਾਂ ਸ਼ਾਂਤੀ ਰਹਿਣਾ, ਮਨ ਨੇ ਤਾਂ ਦੁਖੀ ਰਹਿਣਾ। ਜਦੋਂ ਮਨ ਵਾਸਤੇ ਅਸੀਂ ਕੁਝ ਉੱਥੋਂ ਸੌਦਾ ਖਰੀਦਾਂਗੇ ਨਹੀਂ, ਲਵਾਂਗੇ ਨਹੀਂ। ਸੋ ਇਹੋ ਕਾਰਨ ਹੈ ਸੰਸਾਰ ਦੇ ਵਿੱਚ ਫਿਰ ਆਪਾਂ ਤਾਂਹੀਓ ਦੇਖਦੇ ਹਾਂ ਵੀ ਜੀਵ ਮਨ ਵਾਸਤੇ ਨਾ ਕਮਾਈ ਕਰਨ ਕਰਕੇ ਹੀ ਉਹ ਮਨ ਹੋਰ ਅੱਗੇ ਦੀ ਅੱਗੇ ਦੁਖੀ, ਹੋਰ ਅਸ਼ਾਂਤ ਹੁੰਦੇ ਜਾਂਦੇ। ਉਹ ਜੇ ਹੁਣ ਅਸੀਂ ਮਨ ਵਾਸਤੇ ਕਰਾਂਗੇ, ਸਾਡਾ ਮਨ ਵੀ ਸੀਤਲ ਤੇ ਸਾਡਾ ਤਨ ਦੀ ਵੀ ਤ੍ਰਿਪਤੀ। ਤਨ ਦੀ ਤਾਂ ਤ੍ਰਿਪਤੀ ਹੋਈ ਹੋ ਜਾਂਦੀ, ਕਿਉਂਕਿ ਜਦੋਂ ਤਨ ਨੂੰ ਭੁੱਖ ਲੱਗੀ ਹੈ, ਪ੍ਰਸ਼ਾਦਾ ਖਾ ਲਿਆ, ਤਨ ਦੀ ਤ੍ਰਿਪਤੀ ਹੋ ਗਈ। ਤਨ ਨੂੰ ਠੰਡ ਲੱਗਦੀ, ਆਪਾਂ ਕੱਪੜੇ ਪਹਿਨ ਲੈਂਦੇ ਹਾਂ। ਹੁਣ ਜ਼ਿਆਦਾ ਠੰਡ ਹੈ, ਮੋਟੇ ਪਾ ਲਏ, ਤੇ ਤਨ ਤਾਂ ਠੀਕ ਹੀ ਹੈ, ਪਰ ਇਹਦੇ ਨਾਲ ਸਾਡਾ ਮਨ ਨਹੀਂ ਠੀਕ ਹੁੰਦਾ। ਜਿਵੇਂ ਮਹਾਰਾਜ ਕਹਿੰਦੇ ਵੀ ਕਿੰਨਾ ਵੀ ਜੀਵ ਤਨ ਵਾਸਤੇ ਤਾਂ ਕਿੰਨੇ ਵੀ ਸਾਧਨ ਅਪਣਾ ਲਵੇ। ਜਿਵੇਂ
ਹੁਣ ਮਹਾਰਾਜ ਕਹਿੰਦੇ ਵੀ ਇਹ ਤਨ ਨੂੰ ਠੰਡਾ ਕਰਨ ਵਾਸਤੇ ਗਰਮੀ ਦੇ ਵਿੱਚ ਕੋਈ ਚੰਦਨ ਦਾ ਲੇਪ ਕਰ ਲਵੇ ਉੱਤੇ, ਹੋਰ ਕੋਈ ਇਹ ਚਾਂਦੀ ਚਾਨਣੀ ਠੰਡੀ ਵੀ ਇੱਥੇ ਬੈਠ ਜਾਵੇ, ਸਰਦ ਰੁੱਤ ਕਿੰਨੀ ਵੀ ਹੋਵੇ, ਪਰ ਇਹਦੇ ਨਾਲ ਜਿਹੜੇ ਮਨ ਦੀ ਤਪਸ਼ ਉਹ ਨਹੀਂ ਖਤਮ ਹੁੰਦੀ। ਮਨ ਦਾ ਅੰਦਰੋਂ ਤਪ ਹੀ ਰਿਹਾ, ਜਿਵੇਂ ਹੁਣ ਠੰਡ ਹੈ, ਸਰੀਰ ਤਾਂ ਤਨ ਤਾਂ ਠੰਡੇ ਨੇ, ਤਨ ਤਾਂ ਠੰਡ ਮੰਨਦਾ ਹੈ, ਪਰ ਮਨ ਨਹੀਂ ਠੰਡਾ ਹੁੰਦਾ ਇਹਦੇ ਨਾਲ। ਮਨ ਤਾਂ ਉਦਾਂ ਹੀ ਤਪ ਰਿਹਾ, ਮਨ ਤਾਂ ਉਵੇਂ ਹੀ ਦੁਖੀ ਹੈ। ਜਿਸ ਨੂੰ ਮਹਾਰਾਜ ਕਹਿੰਦੇ ਚੰਦਨ ਚਾਂਦਨ ਸਰਦ ਰੁੱਤ ਮੂਲ ਨਾ ਮਿਟਈ ਘਾਮ, ਵੀ ਮਨ ਦੀ ਜਿਹੜੀ ਘਾਮ ਤਪਸ਼ ਉਹ ਤਾਂ ਬੁਝਦੀ ਨਹੀਂ, ਮਨ ਤਾਂ ਉਵੇਂ ਹੀ ਤਪਦਾ ਪਿਆ। ਫਿਰ ਮਨ ਕਿਵੇਂ ਠੰਡਾ ਹੋਵੇ? ਮਹਾਰਾਜ ਕਹਿੰਦੇ ਸੀਤਲ ਥੀਵੇ ਨਾਨਕਾ ਜਪੰਦੜੋ ਹਰ ਨਾਮ, ਵੀ ਜੇ ਮਾਲਕ ਦਾ ਨਾਮ ਜਪੇ ਤੇ ਫਿਰ ਇਹ ਸੀਤਲ ਹੋ ਜੇ, ਫਿਰ ਇਹ ਠੰਡਾ ਹੋ ਜੇ। ਉਹ ਇਸ ਵਾਸਤੇ ਜਦੋਂ ਹੁਣ ਅਸੀਂ ਮਨ ਵਾਸਤੇ ਕਰਾਂਗੇ ਤੇ ਸਾਡਾ ਮਨ ਠੰਡਾ ਹੋ ਜਾਏਗਾ, ਮਨ ਦੀ ਤ੍ਰਿਪਤੀ ਹੋ ਜਾਏਗੀ। ਤਨ ਦੀ ਤਾਂ ਹੋ ਹੀ ਜਾਂਦੀ, ਨਾਲ ਮਨ ਦੀ ਵੀ ਹੋ ਜਾਏਗੀ। ਉਹ ਇਸ ਵਾਸਤੇ ਹੁਣ ਇਹ ਆਪਾਂ ਵੱਧ ਤੋਂ ਵੱਧ ਮਨ ਵਾਸਤੇ ਇਸੇ ਮਨ ਕਰਨਾ ਹੈ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ ਹੈ, ਖੋਜਣਾ ਹੈ, ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰਨੀ ਹੈ। ਅਤੇ ਇਹ ਜੋ ਸਾਰਾ ਭੇਦ ਆਪਾਂ ਨੂੰ ਗੁਰਬਾਣੀ ਗੁਰੂ ਦੁਆਰਾ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਆਪਾਂ ਨਿਤ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਸਾਡੇ ਹਿਰਦੇ ਵਿੱਚ ਮਨ 'ਚ ਵਸ ਜੇ ਅਤੇ ਆਪਣਾ ਮਨ ਜਿਹੜਾ ਉਹ ਸੀਤਲ ਹੋ ਜੇ, ਠੰਡਾ ਹੋ ਜੇ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦੇ ਹੋਏ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ